ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਸਾਖੀ ਬੋਤਾ ਸਿੰਘ ਕੀ ਸੁਨੀ ਰਤਨ ਸਿੰਘ ਕਾਨ। ਸਿੰਘਨ ਕੀ ਰੰਦਿਆ ਸੁਨਤ ਜਿਨ ਕੀਨੋ ਸੀਸ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਬਰਤਾ ਗੱਦੀ ਦੇ ਸੰਭਾਲਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਸਤ ਸੰਗੀ ਜਨੋਂ ਵੱਡ ਭਾਗੇ ਹਾਂ, ਜੋ ਰੋਜ਼ਾਨਾ ਦੀ ਤਰ੍ਹਾਂ ਗੁਰੂ ਇਤਿਹਾਸ ਤੋਂ ਸਿੱਖ ਇਤਿਹਾਸ ਸ਼੍ਰਵਣ ਕਰਦੇ ਪਏ ਹਾਂ। ਆਪ ਸਭ ਸੰਗਤਾਂ ਨੇ ਜੋ ਕੱਲ੍ਹ ਰੋਜ਼ ਦੇ ਦੀਵਾਨ ਸਨ, ਕੱਲ੍ਹ ਜੋ ਸ਼੍ਰਵਣ ਕੀਤਾ, ਜੋ ਇਸ ਗ੍ਰੰਥ ਦੇ ਕਰਤਾ ਨੇ ਭਾਈ ਰਤਨ ਸਿੰਘ ਜੀ ਭੰਗੂ, ਸ਼ਹੀਦ ਪਰਿਵਾਰਾਂ ਦੇ ਵਿੱਚੋਂ ਨੇ। ਇਹਨਾਂ ਦੇ ਦਾਦਾ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ, ਜਿਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆ। ਕੱਲ੍ਹ ਦੇ ਜੋ ਦੀਵਾਨ ਸਨ, ਕੱਲ੍ਹ ਪ੍ਰਸੰਗ ਆਇਆ ਭਾਈ ਰਤਨ ਸਿੰਘ ਜੀ ਦੇ ਜੋ ਪਿਤਾ ਜੀ ਨੇ ਭਾਈ ਰਾਏ ਸਿੰਘ ਜੀ, ਬਚਪਨ ਦੇ ਵਿੱਚ ਨੇ ਕਿਤਨਾ ਉਹਨਾਂ ਨੂੰ ਕਸ਼ਟ ਝੱਲਣਾ ਪਿਆ। ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦੀ ਜਾਨ ਬਚੀ ਹੈ। ਤੁਰਕਾਂ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਗਈ ਸੀ ਉਹਨਾਂ ਨੂੰ ਮਾਰਨ ਦੇ ਵਾਸਤੇ, ਪਰ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਏ। ਸਤਿਗੁਰੂ ਜੀ ਦੀ ਕਿਰਪਾ ਮਿਹਰ ਰਹਿਮਤ ਨਾਲ ਭਾਈ ਰਾਏ ਸਿੰਘ ਜੀ ਬਚ ਗਏ। ਪਰ ਕੱਲ੍ਹ ਭਾਈ ਰਤਨ ਸਿੰਘ ਜੀ ਨੇ ਦੱਸਿਆ ਸੀ, ਬੜੀਆਂ ਔਕੜਾਂ ਤੋਂ ਬਾਅਦ ਸਾਡੇ ਪਿਤਾ ਜੀ ਦੀ ਜਾਨ ਜਿਹੜੀ ਬਚੀ ਹੈ। ਜੋ ਅੱਜ ਦਾ ਪ੍ਰਸੰਗ ਆਇਆ, ਉਹਨਾਂ ਦੋ ਮਹਾਨ ਯੋਧੇ ਸੂਰਬੀਰਾਂ ਦੀ ਗੱਲ ਆਈ, ਜਿਨ੍ਹਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਪੈ ਗਈ ਕਿ ਜਿਹੜੇ ਆਮ ਲੋਕ ਨੇ, ਆਮ ਜਿਹੜੇ ਰਾਹਗੀਰ ਨੇ, ਉਹ ਆਖਣ ਲੱਗ ਪਏ ਕਿ ਜਿਹੜੇ ਸਿੰਘ ਨੇ ਉਹ ਖਤਮ ਹੋ ਗਏ ਨੇ, ਹੁਣ ਬਚੇ ਹੀ ਨਹੀਂ। ਬੜਾ ਸਮਾਂ ਹੋ ਗਿਆ ਸਿੰਘਾਂ ਨੂੰ ਵੇਖਿਆ ਹੋਇਆ। ਜ਼ਕਰੀਆ ਖਾਨ ਨੇ ਤਾਂ ਇੰਨੀ ਸਖਤਾਈ ਕੀਤੀ ਹੈ ਪੰਜਾਬ ਦੇ ਅੰਦਰ ਕਿ ਪੰਜਾਬ ਦੇ ਵਿੱਚੋਂ ਸਿੰਘਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪੈ ਗਿਆ। ਪੰਜਾਬ ਦੇ ਜਿਹੜੇ ਆਮ ਵਸਨੀਕ ਨੇ ਉਹ ਕਹਿਣ ਲੱਗੇ ਕਿ ਸਿੰਘ ਹੁਣ ਖਤਮ ਹੋ ਗਏ, ਹੁਣ ਨਹੀਂ ਉਹ ਬਚਦੇ, ਖਤਮ ਕਰ ਦਿੱਤੇ ਨੇ। ਤਕਰੀਬਨ ਕਾਫੀ ਸਮਾਂ ਹੋ ਗਿਆ, 3 ਤੋਂ 4 ਮਹੀਨੇ ਹੋ ਗਏ, ਇੱਕ ਵੀ ਸਿੰਘ ਨਹੀਂ ਮਿਲਿਆ ਉਹਨਾਂ ਨੂੰ, ਉਹਨਾਂ ਨੇ ਵੇਖਿਆ ਹੀ ਨਹੀਂ। ਪਰ ਭਾਈ ਬੋਤਾ ਸਿੰਘ ਜੀ ਜਿਹੜੇ ਨੇ, ਅਚਾਨਕ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ, ਇਹਨਾਂ ਦੇ ਕੰਨਾਂ ਵਿੱਚ ਉਰਾਹੀਆਂ ਦੀ ਗੱਲ ਪਈ ਹੈ।
ਉਹ ਕਿਸ ਤਰ੍ਹਾਂ ਇਹਨਾਂ ਮਹਾਨ ਯੋਧੇ ਸੂਰਬੀਰਾਂ ਨੇ ਉਹ ਰਾਹੀ ਦੀ ਗੱਲ ਨੂੰ ਸੁਣਿਆ ਔਰ ਇਹ ਫੈਸਲਾ ਕੀਤਾ ਕਿ ਸਰਕਾਰ ਨੂੰ ਦੱਸ ਦਈਏ ਕਿ ਸਿੰਘ ਅਜੇ ਮੁੱਕੇ ਨਹੀਂ, ਸਿੰਘ ਤਾਂ ਜਿਉਂਦੇ ਨੇ, ਸਗੋਂ ਸਿੰਘਾਂ ਦਾ ਰਾਜ ਵੀ ਹੋ ਗਿਆ। ਸਿੰਘਾਂ ਨੇ ਤਾਂ ਰਾਜ ਕਾਇਮ ਕਰ ਲਿਆ। ਇਹ ਗੱਲ ਦੱਸ ਦਈਏ ਲੋਕਾਂ ਨੂੰ। ਇਹ ਕੌਣ ਹੁੰਦੇ ਨੇ ਕਹਿਣ ਵਾਲੇ ਕਿ ਸਿੰਘ ਖਤਮ ਹੋ ਗਏ? ਆਓ ਅੱਜ ਦੇ ਪ੍ਰਸੰਗ ਵਿੱਚ ਪੜ੍ਹੀਏ। ਭਾਈ ਰਤਨ ਸਿੰਘ ਜੀ ਭਾਈ ਬੋਤਾ ਸਿੰਘ ਜੀ ਬਾਰੇ ਬਿਆਨ ਕਰਦੇ ਨੇ। ਰਸਨਾ ਕਰੀਏ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਬੋਤਾ ਸਿੰਘ ਕੀ ਸੁਣੀ ਰਤਨ ਸਿੰਘ ਕਾਨ। ਭਾਈ ਰਤਨ ਸਿੰਘ ਜੀ ਕਹਿਣ ਲੱਗੇ, ਜਿਹੜੇ ਸ਼ਹੀਦ ਭਾਈ ਬੋਤਾ ਸਿੰਘ ਜੀ ਹੋਏ ਮਹਾਨ ਯੋਧੇ ਸੂਰਬੀਰ ਨੇ, ਇਹਨਾਂ ਦੀ ਜਿਹੜੀ ਸਾਖੀ ਹੈ, ਇਹ ਜੋ ਘਟਨਾ ਘਟੀ ਹੈ, ਮੈਂ ਆਪਣੇ ਬਜ਼ੁਰਗਾਂ ਤੋਂ ਆਪਣੇ ਕੰਨਾਂ ਦੇ ਨਾਲ ਸੁਣੀ ਹੈ। ਸੰਗਨ ਕੀ ਨਿੰਦਿਆ ਸੁਨਤ ਜਿਨ ਕੀਨੋ ਸੀਸ ਕੁਰਬਾਨ। ਜਦੋਂ ਆਮ ਲੋਕ ਸਿੰਘਾਂ ਦੀ ਨਿੰਦਿਆ ਕਰਨ ਲੱਗੇ, ਤੁਰੇ ਜਾਂਦੇ ਜਿਹੜੇ ਰਾਹੀ ਨੇ ਉਹ ਆਪਸ ਗੱਲਾਂ ਕਰਦੇ ਪਏ ਨੇ। ਜਦੋਂ ਇਹ ਗੱਲਾਂ ਭਾਈ ਬੋਤਾ ਸਿੰਘ ਨੇ ਸੁਣੀਆਂ ਤੇ ਇਹ ਕੁਰਬਾਨ ਹੋਣ ਦਾ ਫੈਸਲਾ ਕੀਤਾ ਆਪਣੇ ਮਨ ਦੇ ਅੰਦਰ ਕਿ ਖਾਲਸੇ ਦੀ ਹੋਂਦ ਦੇ ਵਾਸਤੇ, ਸਰਕਾਰ ਨੂੰ ਦੱਸਣ ਦੇ ਵਾਸਤੇ ਕਿ ਖਾਲਸਾ ਅਜੇ ਜਿਉਂਦਾ ਹੈ, ਇਹ ਦੱਸਣ ਦੇ ਵਾਸਤੇ ਭਾਈ ਬੋਤਾ ਸਿੰਘ ਜੀ ਨੇ ਆਪਣਾ ਸੀਸ ਜਿਹੜਾ ਕੁਰਬਾਨ ਕਰਨ ਦਾ ਉਹ ਫੈਸਲਾ ਕਰ ਲਿਆ। ਚੌਪਈ ਜਤੀ ਸਤੀ ਤੋਂ ਪ੍ਰਣ ਕੋ ਪੂਰ। ਭਾਈ ਬੋਤਾ ਸਿੰਘ ਜੀ ਦਾ ਜਿਹੜਾ ਜੀਵਨ ਹੈ ਬੜਾ ਜਤ ਸਤ ਵਾਲਾ, ਸੰਜਮ ਵਾਲਾ ਜੀਵਨ ਹੈ। ਬੜੇ ਕਰਨੀ ਵਾਲੇ ਗੁਰਸਿੱਖ ਹੋਏ ਨੇ ਭਾਈ ਬੋਤਾ ਸਿੰਘ ਜੀ। ਸੂਰਬੀਰ ਬਚਨ ਕੇ ਬਲੀ ਨੇ, ਬਚਨ ਦੇ ਪੂਰੇ ਉਤਰਨ ਵਾਲੇ ਨੇ ਭਾਈ ਬੋਤਾ ਸਿੰਘ ਜੀ। ਗੁਰੂ ਕੋ ਸੇਵਕ ਦਿਲ ਕੋ ਸੂਰ। ਜਤ ਸਤ ਜਿਹੜਾ ਇਹਨਾਂ ਦਾ ਆਚਰਣ ਬਹੁਤ ਉੱਚਾ ਹੈ। ਸਤਿਗੁਰਾਂ ਜੀ ਦੇ ਇਹ ਚਰਨ ਸੇਵਕ ਨੇ। ਹਜ਼ੂਰੀ ਵਿੱਚ ਰਹਿ ਕਰਕੇ ਮਹਾਰਾਜ ਦੀ ਸੇਵਾ ਕਰਦੇ ਨੇ ਭਾਈ ਬੋਤਾ ਸਿੰਘ। ਔਰ ਦਿਲ ਕੋ ਸੁਰ, ਬੜੇ ਮਹਾਨ ਯੋਧੇ ਸੂਰਬੀਰ ਨੇ, ਨਿਡਰ ਨੇ, ਕਿਸੇ ਦਾ ਡਰ ਨਹੀਂ ਇਹਨਾਂ ਨੂੰ। ਬੋਤਾ ਸਿੰਘ ਤਾਸਕ ਨਾਮ। ਭਾਈ ਬੋਤਾ ਸਿੰਘ ਜੀ ਉਹਨਾਂ ਦਾ ਨਾਮ ਹੈ, ਜਿਹਨਾਂ ਦਾ ਜੀਵਨ ਬਹੁਤ ਉੱਚਾ ਹੈ। ਗੁਰੂ ਘਰ ਦੇ ਸੇਵਕ ਸ਼ਰਧਾਲੂ ਨੇ। ਸਮੇਂ ਦਾ ਜਿਹੜਾ ਹਾਕਮ ਹੈ, ਸਮੇਂ ਦੀ ਸਰਕਾਰ ਹੈ, ਉਹਨਾਂ ਨੂੰ ਭਾਈ ਬੋਤਾ ਸਿੰਘ ਨੂੰ ਸਾਰਾ ਸਰਕਾਰ ਦਾ ਡਰ ਕੋਈ ਨਹੀਂ। ਬੋਤਾ ਸਿੰਘ ਉਹਨਾਂ ਦਾ ਨਾਮ ਹੈ। ਮਾਝੀ ਮੈਂ ਥੋ ਤਾਕੋ ਗ੍ਰਾਮ। ਮਾਝੇ ਦੇ ਵਿੱਚ ਤਰਨਤਾਰਨ ਸਾਹਿਬ ਦਾ ਜੋ ਇਲਾਕਾ ਹੈ, ਉਸ ਇਲਾਕੇ ਦੇ ਵਿੱਚ ਭਾਈ ਬੋਤਾ ਸਿੰਘ ਜੀ ਦਾ ਨਗਰ ਹੈ। ਜਬੈ ਦੀਏ ਥੇ ਸਿੰਘ ਬਹੁ ਮਾਰ। ਜਿਹੜਾ ਸਰਕਾਰ ਹੈ, ਜ਼ਕਰੀਆ ਖਾਨ ਸਮੇਂ ਦਾ ਹਾਕਮ, ਪੰਜਾਬ ਦਾ ਸੂਬੇਦਾਰ ਨਵਾਬ ਹੈ, ਬਹੁਤ ਸਾਰੇ ਸਿੰਘਾਂ ਨੂੰ ਉਹਨੇ ਸ਼ਹੀਦ ਕੀਤਾ। ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਨੇ ਜ਼ਕਰੀਆ ਖਾਨ ਦੇ ਕਿ ਜਿਹੜਾ ਸਿੰਘ ਦਾ ਪਤਾ ਦੱਸੇਗਾ ਇੰਨੇ ਪੈਸੇ ਦੱਸਣ ਦੀ, ਜਿਹੜਾ ਸੂਹ ਦੇਵੇਗਾ ਇੰਨੇ ਪੈਸੇ, ਜਿਹੜਾ ਫੜ ਕੇ ਲਿਆਵੇਗਾ ਉਹਦਾ ਵੱਖਰਾ ਇਨਾਮ, ਉਹ ਜਿਹੜਾ ਸਿੰਘਾਂ ਦੇ ਸਿਰ ਵੱਢ ਕਰਕੇ ਲੈ ਕਰਕੇ ਆਵੇਗਾ ਉਹਦੀ ਕੀਮਤ ਸਭ ਤੋਂ ਵੱਧ ਰੱਖੀ ਗਈ ਹੈ। ਉਹ ਸਮਾਂ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ। ਆਖਦੇ ਨੇ ਜਬੈ ਦੀਏ ਥੇ ਸਿੰਘ ਬਹੁ ਮਾਰ। ਉਸ ਖਾਨ ਬਹਾਦਰ ਨੇ ਬਹੁਤ ਸਾਰੇ ਸਿੰਘਾਂ ਨੂੰ ਜਦੋਂ ਸ਼ਹੀਦ ਕਰ ਦਿੱਤਾ। ਦਿਸੇ ਨਾ ਸੁਣੀਏ ਮਹੀਨੇ 4 ਮਹੀਨੇ ਹੋ ਗਈ। ਬੜਾ ਸਮਾਂ 4 ਮਹੀਨਿਆਂ ਦਾ। 4 ਮਹੀਨੇ ਤੋਂ ਵੱਧ ਹੋ ਗਏ, ਕੋਈ ਸਿੰਘ ਨਹੀਂ ਦਿਖਿਆ। ਔਰ ਨਾ ਹੀ ਸੁਣਨ ਦੇ ਵਿੱਚ ਆਇਆ ਕਿ ਅੱਜ ਫਲਾਨੀ ਜਗ੍ਹਾ ਸਿੰਘ ਆਏ ਸੀ। ਆਮ ਲੋਕਾਂ ਨੇ ਨਾ ਸਿੰਘ ਸੁਣੇ ਔਰ ਨਾ ਹੀ ਵੇਖੇ ਨੇ। ਕਹਿ ਸਿੰਘ ਸਭ ਮਰ ਗਲ ਗਏ। ਜਿਹੜੇ ਲੋਕ ਨੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ। ਕਿਹੜੀ ਗੱਲ? ਕਿ ਹੁਣ ਚਰਚਾ ਛਿੜ ਪਈ ਸਾਰੇ ਪਾਸੇ ਕਿ ਜਿਹੜੇ ਸਿੰਘ ਨੇ ਸਭ ਮਰ ਗਏ ਨੇ, ਗਲ ਗਏ, ਭਾਵ ਖਤਮ ਹੋ ਗਏ। ਇਹਨਾਂ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਰਿਹਾ।
ਤੁਰਕਨ ਸਿੰਘ ਖਪਾਏ ਸੋ ਦਏ। ਜਿਹੜੇ ਤੁਰਕ ਨੇ, ਸਮੇਂ ਦੀ ਸਰਕਾਰ ਹੈ, ਜ਼ਕਰੀਆ ਖਾਨ ਨੇ ਸਾਰੇ ਸਿੰਘਾਂ ਨੂੰ ਖਪਾ ਦਿੱਤਾ, ਖਤਮ ਕਰ ਦਿੱਤਾ ਹੈ। ਹੁਣ ਕੋਈ ਵੀ ਸੁਣਨ ਦੇ ਵਿੱਚ ਨਹੀਂ ਆਉਂਦਾ ਕਿ ਅੱਜ ਫਲਾਨੀ ਜਗ੍ਹਾ ਸਿੰਘ ਆਏ ਸਨ। ਦੰਗਾ ਕਰਤ ਨਾ ਕਹੂੰ ਅਖਾੜਾ। ਜਿਹੜੇ ਸਿੰਘ ਨੇ ਹੁਣ ਜ਼ਕਰੀਆ ਖਾਨ ਨੇ ਖਤਮ ਕਰ ਦਿੱਤੇ। ਇਹ ਆਮ ਲੋਕ ਆਪਸ ਵਿੱਚ ਰਾਹੀਂ ਗੱਲਾਂ ਕਰਦੇ ਤੁਰੇ ਜਾਂਦੇ ਪਏ ਨੇ। ਆਖਦੇ ਹੁਣ ਨਾ ਤਾਂ ਸਿੰਘ ਕਦੇ ਦੰਗਾ ਕਰਦੇ ਸੁਣੇ ਗਏ ਨੇ, ਨਾ ਹੀ ਇਹਨਾਂ ਦੀ ਕੋਈ ਜੰਗ ਯੁੱਧ ਸੁਣੀ ਹੈ ਕਿ ਸਿੰਘਾਂ ਨੇ ਅੱਜ ਜੰਗ ਕੀਤੀ, ਯੁੱਧ ਕੀਤਾ। ਇਮ ਕਰ ਕਹੈ ਸਭ ਖਾਲਸਾ ਮਾਰਾ। ਉਸ ਕਾਰਨ ਕਰਕੇ 4 ਮਹੀਨੇ ਹੋ ਗਏ ਕੋਈ ਗੱਲ ਨਹੀਂ ਸੁਣੀ ਕਿ ਖਾਲਸਾ ਜਿਉਂਦਾ ਵੀ ਹੈ ਜਾਂ ਮਰ ਗਿਆ। ਲੋਕ ਗੱਲਾਂ ਕਰਦੇ ਨਹੀਂ ਜਿਹੜਾ ਖਾਲਸਾ ਪੰਥ ਹੈ ਸਾਰਾ ਹੀ ਮਾਰਿਆ ਗਿਆ, ਕੋਈ ਵੀ ਸਿੰਘ ਉਹਨਾਂ ਵਿੱਚੋਂ ਬਚਿਆ ਨਹੀਂ ਜਿਉਂਦਾ। ਇਹ ਲੋਕਾਂ ਨੂੰ ਵਹਿਮ ਪੈ ਗਿਆ, ਕਿਉਂਕਿ 4 ਮਹੀਨੇ ਹੋ ਗਏ ਕਿਸੇ ਨੇ ਦੇਖਿਆ ਨਹੀਂ ਸੀ ਸਿੰਘਾਂ ਨੂੰ। ਬੋਤਾ ਸਿੰਘ ਕਹੂੰ ਵੱਖ ਰਹਿਓ। ਭਾਈ ਬੋਤਾ ਸਿੰਘ ਜੀ ਜਿਹੜੇ ਸਨ, ਉਦੋਂ ਸਿੰਘਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਜਥਿਆਂ ਦੇ ਵਿੱਚ ਰਹਿਣਾ ਸ਼ੁਰੂ ਕੀਤਾ। ਲਾਮਬੰਦ ਹੋਏ ਨੇ ਜਥਿਆਂ ਦੇ ਵਿੱਚ। ਇੱਕ ਜਥੇ ਦੇ ਵਿੱਚ ਸਿੰਘਾਂ ਨੇ ਆਪੋ ਆਪਣੀ ਜਿਹੜੀ ਗਿਣਤੀ ਹੈ, ਜਿਹੜੀ ਆਪੋ ਆਪਣੀ ਗਿਣਤੀ ਸਿੰਘਾਂ ਦੀ ਉਹ ਮੁਕਰਰ ਕੀਤੀ ਹੈ ਕਿ ਇਸ ਜਥੇ ਦੇ ਵਿੱਚ ਇੰਨੇ ਸਿੰਘ ਰਿਹਾ ਕਰਨਗੇ। ਭਾਈ ਬੋਤਾ ਸਿੰਘ ਜੀ ਕਿਸੇ ਕਾਰਨ ਕਰਕੇ ਆਪਣੇ ਜਥੇ ਤੋਂ ਵੱਖ ਹੋ ਗਏ, ਆਪਣੇ ਸਿੰਘਾਂ ਤੋਂ ਪਿੱਛੇ ਰਹਿ ਗਏ ਨੇ। ਕਹਿੰਦਾ ਫਿਰਤ ਤੇ ਦੇਖ ਸੋ ਲਿਓ। ਜਿਹੜੇ ਰਾਹੀ ਤੁਰੇ ਜਾਂਦੇ ਨੇ ਨਾ, ਅੰਮ੍ਰਿਤ ਵੇਲੇ ਦਾ ਸਮਾਂ ਆਖਦੇ, ਹਨੇਰਾ ਜਿਹਾ ਘੁਸਮੁਸਾ ਜਿਹਾ ਕਾਫੀ ਦਿਨ ਨਹੀਂ ਚੜ੍ਹਿਆ ਚਿੱਟਾ। ਭਾਈ ਬੋਤਾ ਸਿੰਘ ਜੀ ਜੰਗਲ 'ਚੋਂ ਬਾਹਰ ਨਿਕਲੇ ਨੇ। ਜਿਹੜੇ ਰਾਹੀ ਨੇ ਉਹਨਾਂ ਨੇ ਵੇਖਿਆ ਔਰ ਕਹਿਣ ਲੱਗੇ ਕਿ ਉਹ ਵੇਖ ਆਹ ਸਿੰਘ ਕਿੱਧਰ ਨੂੰ ਜਾਂਦਾ ਪਿਆ। ਆਪਸ ਵਿੱਚ ਗੱਲਾਂ ਕਰਦੇ ਇਹ ਸਿੰਘ ਨੇ ਜਾਂ ਕੋਈ ਹੋਰ ਹੈ। ਇੱਕ ਦੂਜੇ ਨੂੰ ਸਵਾਲ ਕਰਦੇ ਨੇ। ਦੇਖਤ ਸੋ ਅਚੰਭ ਭਇਓ। ਸਿੰਘ ਨੂੰ ਵੇਖ ਕਰਕੇ, ਭਾਈ ਬੋਤਾ ਸਿੰਘ ਨੂੰ ਵੇਖ ਕਰਕੇ ਉਹਨਾਂ ਦੋ ਰਾਹੀਆਂ ਨੂੰ ਬੜੀ ਹੈਰਾਨਗੀ ਹੋਈ ਹੈ। ਕਹਾਂ ਸਿੰਘ ਯਹ ਜੀਵਤ ਰਹਿਓ। ਇਹ ਜਿਹੜਾ ਸਿੰਘ ਹੈ ਇਹ ਜਿਉਂਦਾ ਕਿਵੇਂ ਰਹਿ ਗਿਆ, ਇਹ ਕਿਵੇਂ ਬਚਿਆ ਹੁਣ ਤਾਈਂ। ਐਸੇ ਦੇਖਣ ਵਾਰਨ ਕਹਿਓ। ਉਹਨਾਂ ਰਾਹੀਆਂ ਨੇ ਜਿਨ੍ਹਾਂ ਨੇ ਭਾਈ ਬੋਤਾ ਸਿੰਘ ਨੂੰ ਵੇਖਿਆ, ਇੱਕ ਦੂਜੇ ਨੂੰ ਇਹ ਗੱਲ ਆਖਦੇ ਪਏ ਨੇ। ਇੱਕ ਦੂਜੇ ਨੂੰ ਇਹ ਗੱਲ ਆਖਦੇ ਕਿ ਇਹ ਕਿਸ ਤਰ੍ਹਾਂ ਬਚ ਗਿਆ। ਹੋਵਗ ਭੇਖੀ ਕੋ ਯਹ ਰਹਿਓ। ਫਿਰ ਆਖਣ ਲੱਗੇ ਇੱਕ ਦੂਜੇ ਨੂੰ ਇਹ ਸਿੰਘ ਨਹੀਂ ਹੋ ਸਕਦਾ, ਇਹ ਬਹਿਰੂਪੀ ਹੈ। ਇੰਨੀ ਭੇਖ ਧਾਰਿਆ ਸਿੰਘ ਵਾਲਾ, ਸਿੰਘ ਤਾਂ ਬਚੇ ਹੀ ਨਹੀਂ ਹੁਣ ਤੱਕ। ਇਹ ਕੋਈ ਪਖੰਡੀ ਜਾਪਦਾ ਏ। ਦੋਹਰਾ ਸਿੰਘ ਨਾ ਦੀਸਤ ਹੈ ਕਹੂੰ ਤੁਰਕਨ ਦਏ ਖਪਾਏ। ਸਿੰਘ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੇ, ਉਹ ਤਾਂ ਤੁਰਕਾਂ ਨੇ ਖਪਾ ਦਿੱਤੇ, ਖਤਮ ਕਰ ਦਿੱਤੇ, ਮਾਰ ਮੁਕਾ ਦਿੱਤੇ ਹਨ। ਦੂਜਾ ਕਹਿਓ ਕੋਈ ਹੋਗ ਯਹ ਕਾਇਰ ਕੂਰ ਲਕਾਏ। ਦੂਸਰੇ ਨੇ ਸੁਣਦੇ ਸਾਰੀ ਗੱਲ ਕਹਿ ਦਿੱਤੀ ਇਹ ਸਿੰਘ ਨਹੀਂ ਹੋ ਸਕਦਾ, ਜਾਂ ਤਾਂ ਇਹ ਬਹਿਰੂਪੀ ਹੈ। ਜੇ ਸਿੰਘ ਵੀ ਹੈ ਫਿਰ ਇਹ ਕਮਜ਼ੋਰ ਦਿਲ ਦਾ ਮਾਲਕ ਹੈ, ਡਰਪੋਕ ਹੈ, ਇਹ ਝੂਠ ਹੈ, ਕਾਇਰ ਹੈ, ਤਾਂ ਕਰਕੇ ਬਚਿਆ ਰਿਹਾ ਹੁਣ ਤੱਕ। ਚੌਪਈ ਖਾਲਸੋ ਸੋ ਜੋ ਨਿਤ ਜੰਗ ਕਰੈ। ਖਾਲਸਾ ਤਾਂ ਉਹ ਹੈ ਜਿਹੜਾ ਨਿਤ ਜੰਗ ਕਰਦਾ ਹੈ। ਜੇ ਸਮੇਂ ਦੀ ਸਰਕਾਰ ਹਾਵੀ ਹੋ ਜਾਵੇ, ਤੁਰਕਾਂ ਦੇ ਨਾਲ ਲੜਦਾ, ਸਰਕਾਰਾਂ ਦੇ ਨਾਲ ਮੱਥਾ ਲੈਂਦਾ ਕਿ ਤੁਸੀਂ ਸਾਡੇ ਹੱਕ ਖੋਏ ਨੇ। ਔਰ ਜਦੋਂ ਆਧੁਨਿਕ ਜੀਵਨ ਦੀ ਗੱਲ ਚੱਲਦੀ ਹੈ, ਖਾਲਸਾ ਉਹ ਜਿਹੜਾ ਅੰਦਰ ਦੇ ਵਿਕਾਰਾਂ ਦੇ ਨਾਲ ਨਿਤ ਜੰਗ ਕਰਦਾ ਪਰਮਾਤਮਾ ਦੇ ਓਟ ਆਸਰੇ ਦੇ ਸਦਕਾ। ਖਾਲਸੋ ਸੋ ਨਾ ਮਰਨ ਤੇ ਡਰੈ। ਖਾਲਸਾ ਉਹ ਜਿਹੜਾ ਮੌਤ ਤੋਂ ਡਰਦਾ ਹੀ ਨਹੀਂ, ਉਹਨੂੰ ਡਰ ਹੀ ਨਹੀਂ। ਮੌਤ ਹੁੰਦੀ ਕੀ ਚੀਜ਼ ਹੈ, ਨਿਡਰ ਹੈ। ਖਾਲਸੋ ਸੋ ਜੋ ਦੰਗਾ ਮਚਾਵੈ।
ਖਾਲਸਾ ਤਾਂ ਉਹ ਹੈ ਜਿਹੜਾ ਦੰਗਾ ਮਚਾਉਂਦਾ ਹੈ। ਦੰਗੇ ਦਾ ਭਾਵ ਇਹ ਨਹੀਂ ਜਿਹੜੇ ਅੱਜ ਦੇ ਹਾਲਾਤ ਨੇ ਦੰਗੇ ਵਾਲੇ, ਕਿ ਜਦੋਂ ਜੀ ਕੀਤਾ ਬੱਸਾਂ ਨੂੰ ਅੱਗ ਲਾ ਦਿੱਤੀ, ਕਿਸੇ ਨੂੰ ਮਾਰ ਕੁੱਟ ਦਿੱਤਾ, 4 ਬੰਦਿਆਂ ਨੇ ਇਕੱਠੇ ਹੋ ਕੇ ਆਖ ਦਿੱਤੇ ਕਿ ਇਹਨਾਂ ਦੰਗਾ ਕੀਤਾ। ਨਹੀਂ, ਦੰਗੇ ਦਾ ਅਰਥ ਪਿਛਲੇ ਆਪਾਂ ਕਥਾ 'ਚ ਸ਼੍ਰਵਣ ਕੀਤੀ, ਪਿੱਛੇ ਵੀ ਦੰਗਾ ਸ਼ਬਦ ਆਇਆ। ਦੰਗੇ ਦਾ ਭਾਵ ਹੈ ਦੰਗਲ। ਦੰਗਲ ਜਿੱਥੇ ਪਹਿਲਵਾਨ ਘੁਲਦੇ ਨੇ ਅਖਾੜੇ ਦੇ ਵਿੱਚ, ਖਾਲਸਾ ਜਿਹੜਾ ਹੈ, ਖਾਲਸਾ ਸਊ ਜੋ ਦੰਗਾ ਮਚਾਵੇ। ਜਿਵੇਂ ਪਹਿਲਵਾਨ ਅਖਾੜੇ ਦੇ ਵਿੱਚ ਘੁਲਦੇ ਨੇ, ਉਸੇ ਤਰ੍ਹਾਂ ਸਿੰਘ ਵੀ ਦੁਸ਼ਮਣ ਦੇ ਨਾਲ ਦੰਗਾ ਕਰਦੇ, ਉਹਨਾਂ ਦੇ ਨਾਲ ਘੁਲਦੇ ਨੇ। ਜਿਹੜੇ ਲੋਕ ਅਤਿਆਚਾਰ ਕਰਦੇ ਨੇ, ਖਾਲਸਾ ਸਊ ਜੋ ਸੀਸ ਲਗਾਵੇ। ਖਾਲਸਾ ਤਾਂ ਉਹ ਹੈ ਜਿਹੜਾ ਆਪਣਾ ਸਿਰ ਲਾ ਦਿੰਦਾ ਪਰਉਪਕਾਰ ਦੀ ਖਾਤਰ, ਕਿਸੇ ਨੂੰ ਬਚਾਉਣ ਦੇ ਵਾਸਤੇ, ਕਿਸੇ ਹੋਰ ਦੇ ਵਾਸਤੇ ਆਪਣੇ ਆਪ ਦੀ ਕੁਰਬਾਨੀ ਦੇ ਦਿੰਦਾ ਹੈ। ਦੋਹਰਾ ਬੋਤਾ ਸਿੰਘ ਨੇ ਯੋ ਸੁਣੀ, ਰਹਿਓ ਤਹਾਂ ਹੀ ਖਲੋਏ। ਜਦੋਂ ਰਾਹੀਆਂ ਨੇ, ਜਿਹੜੇ ਤੁਰੇ ਜਾਂਦੇ ਰਾਹੀ ਨੇ, ਉਹਨਾਂ ਬੋਤਾ ਸਿੰਘ ਨੂੰ ਵੇਖ ਕਰਕੇ ਇਸ ਤਰ੍ਹਾਂ ਦੇ ਬਚਨ ਕਹੇ ਨਾ ਕਿ ਇਹ ਭੇਖੀ ਲੱਗਦਾ। ਖਾਲਸਾ ਦੇ ਕਾਰਨਾਮੇ ਤਾਂ ਇਹ ਵਾਲੇ ਨੇ, ਇਹ ਭੇਖੀ ਹੈ। ਭਾਈ ਬੋਤਾ ਸਿੰਘ ਜੀ ਖਲੋ ਗਏ, ਉੱਥੇ ਹੀ ਰੁਕ ਗਏ, ਔਰ ਉਹਨਾਂ ਦੀ ਇਕੱਲੀ ਇਕੱਲੀ ਗੱਲ ਜਿਹੜੀ ਧਿਆਨ ਦੇ ਨਾਲ ਸੁਣਨ ਲੱਗੇ। ਇਹ ਕੀ ਆਖਦੇ ਪਏ ਨੇ? ਜਨ ਬਿਛੂ ਕੋ ਡੰਕ ਲੱਗਿਓ, ਲੱਗੀ ਬੋਲੀ ਸਿੰਘ ਸੋਏ। ਉਹਨਾਂ ਰਾਹੀਆਂ ਦੀ ਜਿਹੜੀ ਬੋਲੀ ਹੈ, ਭਾਈ ਬੋਤਾ ਸਿੰਘ ਨੂੰ ਇਉਂ ਲੱਗੀ ਜਿਵੇਂ ਇੱਕ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ। ਬਿੱਛੂ ਦਾ ਡੰਗ ਬੜਾ ਜ਼ਹਿਰੀਲਾ ਹੈ, ਇੰਨਾ ਜ਼ਹਿਰੀਲਾ ਕਿ ਇਨਸਾਨ ਦੀ ਮੌਤ ਜਿਹੜੀ ਝੱਟ ਦਾਣੀ ਹੋ ਜਾਵੇਗੀ। ਦਰਦ ਵੀ ਬੜਾ ਹੁੰਦਾ ਉਸ ਡੰਗ ਦੇ ਨਾਲ, ਆਖਣ ਲੱਗੇ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਭਾਈ ਬੋਤਾ ਸਿੰਘ ਜੀ ਨੂੰ ਉਹਨਾਂ ਰਾਹੀਆਂ ਦੀ ਬੋਲੀ ਇਵੇਂ ਚੁੱਭੀ ਹੈ। ਚੌਪਈ ਸਿੰਘ ਚਿੱਤ ਯਹ ਨਿਸ਼ਚੈ ਧਾਰੀ। ਉਸ ਦੀ ਗੱਲ ਸੁਣ ਕੇ, ਉਹਨਾਂ ਰਾਹੀਆਂ ਦੀ ਗੱਲ ਸੁਣ ਕੇ ਭਾਈ ਬੋਤਾ ਸਿੰਘ ਨੇ ਆਪਣੇ ਦਿਲ ਦੇ ਵਿੱਚ ਇਹ ਇਰਾਦਾ ਪੱਕਾ ਕੀਤਾ, ਇਹ ਨਿਰਣਾ ਕਰ ਲਿਆ, ਸੀਸ ਲੱਗੇ ਬਿਨ ਗੱਲ ਨਹਿ ਕਾਰੀ। ਹੁਣ ਤਾਂ ਭਾਈ ਕੁਰਬਾਨੀ ਕਰਨੀ ਹੀ ਪੈਣੀ ਹੈ। ਜਿਹੜਾ ਸੀਸ ਹੈ ਉਹ ਕੁਰਬਾਨ ਕਰਨਾ ਹੀ ਪੈਣਾ। ਸੀਸ ਲਗਾਉਣ ਤੋਂ ਬਿਨਾਂ ਗੱਲ ਨਹੀਂ ਜੇ ਬਣਨੀ। ਸੀਸ ਲਗਾਏ ਚਰਚਾ ਹੋਏ। ਜਦੋਂ ਅਸੀਂ ਆਪਣਾ ਸਿਰ ਲਾ ਦਿੱਤਾ ਧਰਮ ਦੇ ਵਾਸਤੇ, ਇਹ ਦੱਸਣ ਦੇ ਵਾਸਤੇ ਖਾਲਸਾ ਅਜੇ ਜਿਉਂਦਾ ਹੈ, ਫਿਰ ਧਰਮ ਦੇ ਵਿੱਚ, ਇਸ ਜਹਾਨ ਦੇ ਵਿੱਚ ਸਾਰੇ ਪਾਸੇ ਚਰਚਾ ਹੋ ਜਾਵੇਗੀ। ਸਾਰਿਆਂ ਨੂੰ ਕੰਨ ਹੋ ਜਾਣਗੇ, ਭਾਈ ਸਿੰਘ ਅਜੇ ਮੁੱਕੇ ਨਹੀਂ ਹੈਗੇ ਨੇ। ਇਹ ਭੁਲੇਖਾ ਪੈ ਗਿਆ, ਕੀ ਹੋਇਆ 4 ਮਹੀਨਿਆਂ ਤੋਂ ਸਿੰਘ ਦਿਸੇ ਨਹੀਂ, ਪਰ ਜਿੱਦਣ ਅਸੀਂ ਕੁਰਬਾਨੀ ਕਰ ਦਿੱਤੀ, ਸਾਰੇ ਜਹਾਨ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਖਬਰ ਫੈਲ ਜਾਵੇਗੀ ਕਿ ਸਿੰਘ ਅਜੇ ਜਿਉਂਦੇ ਨੇ। ਜਗ ਯੋ ਜਾਨੈ ਖਾਲਸਾ ਸੋਏ। ਦੁਨੀਆ ਇਉਂ ਜਾਣੇਗੀ ਫਿਰ ਖਾਲਸਾ ਨੂੰ ਕਿ ਇਹ ਤਾਂ ਉਹੀ ਖਾਲਸਾ ਹੈ ਜਿਹੜੇ ਜੰਗ ਯੁੱਧ ਕਰਦੇ ਨੇ ਇਹਨਾਂ ਦੁਸ਼ਮਣਾਂ ਦੇ ਨਾਲ। ਖਾਲਸਾ ਅਜੇ ਜਿਉਂਦਾ ਹੈ। ਅਬ ਇਹਾਂ ਕਿਛ ਦੰਗਾ ਮਚਾਈਐ। ਭਾਈ ਬੋਤਾ ਸਿੰਘ ਨੇ ਨਿਰਣਾ ਕੀਤਾ, ਹੁਣ ਇਸੇ ਜਗ੍ਹਾ ਰੁਕ ਕਰਕੇ ਜਿੱਥੇ ਇਹ ਰਾਹੀ ਤੁਰੇ ਜਾਂਦੇ ਨੇ, ਇਸੇ ਰਸਤੇ ਦੇ ਉੱਪਰ ਹੀ ਦੰਗਾ ਮਚਾਇਆ ਜਾਵੇ। ਭਾਵ ਜਿਹੜੀ ਸਮੇਂ ਦੀ ਸਰਕਾਰ ਹੈ ਉਹਦੇ ਨਾਲ ਟੱਕਰ ਲਈ ਜਾਵੇ। ਇਹ ਜਿਸ ਰਸਤੇ ਦੇ ਉੱਪਰ ਤੁਰੇ ਜਾ ਰਹੇ ਨੇ, ਇਹ ਕੋਈ ਆਮ ਮਾਰਗ ਨਹੀਂ। ਉਸ ਵਕਤ ਦਾ ਜਿਹੜਾ ਸ਼ਾਹੀ ਰੋਡ ਹੈ, ਨੈਸ਼ਨਲ ਹਾਈਵੇ ਜਿਹੜਾ, ਉਹ ਰਸਤੇ ਦੀ ਗੱਲ ਚੱਲ ਰਹੀ ਹੈ। ਤੁਰਕਨ ਸਿਰ ਦਾ ਝੂਠੇ ਕਰਾਈਏ। ਤੁਰਕਾਂ ਨੂੰ ਵੀ ਝੂਠੇ ਕਰਾਰ ਦਈਏ। ਜਿਹੜੇ ਬੇਦੋਸ਼ੀਆਂ ਉੱਪਰ ਜ਼ੁਲਮ ਕਰਦੇ ਨੇ, ਨਿਹੱਸਿਆਂ ਦੇ ਉੱਪਰ ਵਾਰ ਕਰਦੇ, ਧੱਕਾ ਕਰਦੇ ਨੇ, ਉਹਨਾਂ ਤੁਰਕਾਂ ਨੂੰ ਮਾਰ ਮੁਕਾ ਕੇ ਅਗਲੇ ਜਹਾਨ ਪਹੁੰਚਾ ਦਈਏ। ਫਿਰ ਖਾਲਸੇ ਕੀ ਚਰਚਾ ਹੋਏ। ਜਦੋਂ ਆਪਾਂ ਸਿਰ ਲਾ ਲਵਾਂਗੇ, ਭਾਈ ਬੋਤਾ ਸਿੰਘ ਜੀ ਆਖਦੇ ਮਨ ਵਿੱਚ ਵਿਚਾਰ ਕਰਦੇ ਨੇ, ਜਦੋਂ ਅਸੀਂ ਇੱਥੇ ਲੜ ਮਰਾਂਗੇ ਇਹਨਾਂ ਤੁਰਕਾਂ ਦੇ ਨਾਲ, ਫਿਰ ਖਾਲਸੇ ਦੀ ਚਰਚਾ ਹੋਵੇਗੀ, ਸ਼ੁਰੂ ਹੋ ਜਾਵੇਗੀ ਕਿ ਜਿਹੜਾ ਖਾਲਸਾ ਉਹ ਫਿਰ ਇੱਕ ਵਾਰ ਫਿਰ ਉੱਠ ਖੜਾ ਹੋਇਆ ਇਹਨਾਂ ਸਰਕਾਰਾਂ ਦੇ ਖਿਲਾਫ। ਪਾਤਸ਼ਾਹੀ ਦਾਵਾ ਚਾਹੈ ਜੋਏ। ਖਾਲਸੇ ਦਾ ਜਿਹੜਾ ਦਾਵਾ ਹੈ ਉਹ ਪਾਤਸ਼ਾਹੀ ਲੈਣਾ, ਰਾਜ ਕਰਨਾ ਹੈ। ਔਰ ਜਿਹੜਾ ਰਾਜ ਦੀ ਸੱਤਾ ਹੈ ਇਸ ਜ਼ਕਰੀਆ ਖਾਨ ਦੇ ਹੱਥ ਦੇ ਵਿੱਚ, ਇਸ ਕੋ ਉਹ ਅਸੀਂ ਵਾਪਸ ਲੈ ਲੈਣੀ ਹੈ। ਦੋਹਰਾ ਰਾਹ ਸਰਾਇਣ ਡੇਰਾ ਦਿਓ,
ਚਹੁੰ ਤਰਫੋਂ ਲਿਓ ਬਨਾਏ। ਭਾਈ ਬੋਤਾ ਸਿੰਘ ਜੀ ਨੇ ਤਰਨ ਤਾਰਨ ਨਗਰ ਤੋਂ ਥੋੜ੍ਹੀ ਹੀ ਅੱਗੇ ਜਾਂਦਿਆਂ ਤਰਨ ਤਾਰਨ ਤੋਂ ਅੱਗੇ ਨਗਰ ਆਇਆ ਨੂਰਦੀਨ ਦੀ ਸਰਾਂ। ਸਰਾਂ ਬਣੀ ਹੋਈ ਹੈ। ਇਹ ਜਿਹੜੀ ਨੂਰਦੀਨ ਦੀ ਸਰਾਂ, ਇਹਦੇ ਕੋਲ ਹੀ ਅੱਗੇ ਜਿਹੜੇ ਸ਼ਾਹੀ ਲੋਕ ਨੇ, ਮੁਗਲ ਨੇ, ਇਹਨਾਂ ਨੇ ਆਪਣੀ ਚੁੰਗੀ ਬਿਠਾਈ ਹੋਈ ਹੈ। ਆਉਣ ਜਾਣ ਵਾਲੇ ਜਿਹੜੇ ਰਾਹੀ ਵਪਾਰੀ ਨੇ ਉਹਨਾਂ ਦੇ ਕੋਲੋਂ ਟੈਕਸ ਵਸੂਲਦੇ ਨੇ। ਭਾਈ ਬੋਤਾ ਸਿੰਘ ਜੀ ਨੇ ਉਹਨਾਂ ਨੂੰ ਭਜਾ ਕਰ ਦਿੱਤਾ ਔਰ ਉਸ ਜਗ੍ਹਾ ਆਪ ਬੈਠ ਗਏ ਨੇ। ਇਹ ਜਿਹੜਾ ਨੂਰਦੀਨ ਹੈ ਪੰਚਮ ਪਾਤਸ਼ਾਹ ਵੇਲੇ ਹੋਇਆ। ਨੂਰਦੀਨ ਦਾ ਜਿਹੜਾ ਪੁੱਤਰ ਹੈ, ਜਿਸ ਵਕਤ ਤਰਨ ਤਾਰਨ ਸਾਹਿਬ ਸਰੋਵਰ ਦੀ ਕਾਰ ਸੇਵਾ ਦਾ ਕੰਮ ਚੱਲਦਾ ਪਿਆ, ਉਹ ਸਰੋਵਰ ਨੂੰ ਪੱਕਾ ਕਰਨਾ ਤਰਨ ਤਾਰਨ ਸਾਹਿਬ ਨੂੰ, ਤਾਂ ਨੂਰਦੀਨ ਜਿਹੜਾ ਪੁੱਤਰ ਆਖਣ ਲੱਗਾ ਕਿ ਮੈਂ ਆਪਣੇ ਪਿਤਾ ਦੇ ਨਾਂ 'ਤੇ ਸਰਾਂ ਬਣਾਉਂਦਾ ਪਿਆ, ਨੂਰਦੀਨ ਦੀ ਸਰਾਂ। ਉਸ ਸਰਾਂ ਦੇ ਵਾਸਤੇ ਮੈਨੂੰ ਇੱਟਾਂ ਚਾਹੀਦੀਆਂ ਨੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਅਸੀਂ ਸਰੋਵਰ ਦਾ ਕਾਰਜ ਪੂਰਾ ਕਰਨਾ, ਇਹਦੇ ਵਾਸਤੇ ਜਿਹੜੇ ਇੱਟਾਂ ਨੇ ਸੰਗਤਾਂ ਸੇਵਾ ਕਰਦੀਆਂ ਪਈਆਂ ਨੇ, ਇਹ ਸੰਗਤ ਦੀ ਸੇਵਾ, ਇਹਦੇ ਵਿੱਚੋਂ ਅਸੀਂ ਤੈਨੂੰ ਇੱਕ ਵੀ ਇੱਟ ਨਹੀਂ ਦੇ ਸਕਦੇ। ਔਰ ਬੜੀ ਮੁਸ਼ਕਿਲ ਦੇ ਨਾਲ ਇਹ ਆਵੇ ਪੱਕਦੇ ਪਏ ਨੇ, ਇੱਟਾਂ ਤਿਆਰ ਹੁੰਦੀਆਂ ਪਈਆਂ ਨੇ, ਤੈਨੂੰ ਕਿਸ ਤਰ੍ਹਾਂ ਦੇ ਦਈਏ। ਪਰ ਜਿਹੜਾ ਇਹ ਨੂਰਦੀਨ ਹੈ, ਇਹਦਾ ਜਿਹੜਾ ਪੁੱਤਰ ਹੈ, ਇਹਦੇ ਕੋਲ ਸ਼ਾਹੀ ਤਾਕਤ ਹੈ, ਸਰਕਾਰ ਦੀ ਤਾਕਤ ਹੈ। ਸਰਕਾਰ ਦੀ ਸ਼ਹਿ ਦੇ ਨਾਲ ਇਹਨੇ ਕੀ ਕੀਤਾ, ਉਹ ਤਰਨ ਤਾਰਨ ਸਰੋਵਰ ਦੀਆਂ ਜਿਹੜੀਆਂ ਇੱਟਾਂ ਬਣ ਗਈਆਂ ਪਈਆਂ ਸੀ, ਇਹਨੇ ਧੱਕੇ ਦੇ ਨਾਲ ਉਹ ਚੱਕ ਲਈਆਂ ਅਤੇ ਆਪਣੇ ਪਿਤਾ ਦੇ ਨਾਂ 'ਤੇ, ਉਹ ਨੂਰਦੀਨ ਦੇ ਨਾਂ 'ਤੇ ਉਹ ਸਰਾਂ ਜਿਹੜੀ ਉਸਾਰ ਦਿੱਤੀ ਹੈ। ਇਤਿਹਾਸ ਆਖਦਾ ਕਿ ਸੰਗਤਾਂ ਨੇ ਆ ਕੇ ਸਤਿਗੁਰਾਂ ਜੀ ਨੂੰ ਆਖਿਆ ਕਿ ਸਤਿਗੁਰੂ, ਜਿਹੜਾ ਨੂਰਦੀਨ ਹੈ ਉਹ ਸਰੋਵਰ ਦੀਆਂ ਇੱਟਾਂ ਚੱਕ ਕੇ ਧੱਕੇ ਦੇ ਨਾਲ ਖੋਹ ਕੇ ਲੈ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਸਮਾਂ ਆਵੇਗਾ, ਇਹ ਇੱਟਾਂ ਸਿੱਖਾਂ ਦੀਆਂ ਨੇ, ਇਹਨੂੰ ਸਿੱਖ ਹੀ ਵਾਪਸ ਲੈ ਕਰਕੇ ਆਉਣਗੇ। ਇਹ ਪੰਚਮ ਪਾਤਸ਼ਾਹ ਵੇਲੇ ਇਸ ਨੂਰਦੀਨ ਦਾ ਪੁੱਤਰ ਨੇ ਉਹ ਇੱਟਾਂ ਚੱਕੀਆਂ ਨੇ। ਜਦੋਂ ਖਾਲਸੇ ਦਾ ਸਮਾਂ ਆਇਆ, ਜੋ ਸਮਾਂ ਹੁਣ ਚੱਲਦਾ ਪਿਆ, ਇਸ ਤੋਂ ਕੁਝ ਸਮੇਂ ਬਾਅਦ ਜਦੋਂ ਮਿਸਲਾਂ ਕਾਇਮ ਹੋਈਆਂ, ਸਰਦਾਰ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਅਜਿਹੇ ਮਹਾਨ ਯੋਧੇ ਸੂਰਬੀਰ ਜਿਹੜੇ ਹੋਏ ਨੇ, ਇਹਨਾਂ ਨੇ ਇਹ ਨੂਰਦੀਨ ਦੀ ਸਰਾਂ ਨੂੰ ਪੱਟ ਕਰਕੇ ਉਹ ਸਾਰੀਆਂ ਇੱਟਾਂ ਜਿਹੜੀਆਂ ਨੇ ਤਰਨ ਤਾਰਨ ਸਰੋਵਰ ਦੇ ਵਿੱਚ ਲਾ ਕੇ ਉਸ ਸਰੋਵਰ ਨੂੰ ਪੱਕਿਆਂ ਕੀਤਾ। ਤਰਨ ਤਾਰਨ ਸਾਹਿਬ ਦਾ ਜਿਹੜਾ ਸਰੋਵਰ ਹੈ ਉਹ ਕਾਫੀ ਸਮਾਂ ਕੱਚਾ ਹੀ ਰਿਹਾ। ਔਰ ਜਿਹੜੀ ਇਹ ਸੜਕ ਹੈ, ਜਿਸ ਜਗ੍ਹਾ ਦੇ ਉੱਪਰ ਤਰਨ ਤਾਰਨ ਸਾਹਿਬ ਨਗਰ ਵਸਾਇਆ ਸਤਿਗੁਰਾਂ ਜੀ ਨੇ, ਇਹ ਸ਼ਾਹੀ ਮਾਰਗ ਹੈ। ਉਸ ਵਕਤ ਦੇ ਜਿਹੜੇ ਲੋਕ ਨੇ, ਵਪਾਰੀ ਨੇ, ਇਸ ਰਸਤੇ ਉੱਪਰ ਗੁਜ਼ਰਦੇ ਨੇ। ਸਤਿਗੁਰੂ ਜੀ ਨੇ ਦੂਰ ਅੰਦੇਸ਼ੀ ਦੇ ਨਾਲ ਤਰਨ ਤਾਰਨ ਸਾਹਿਬ ਨਗਰ ਵਸਾਇਆ ਤਾਂ ਜੋ ਆਉਣ ਜਾਣ ਵਾਲੇ ਰਾਹੀ ਇਸ ਜਗ੍ਹਾ ਦੇ ਉੱਪਰ ਰੁਕ ਕੇ ਜਾਣ ਔਰ ਉਹਨਾਂ ਨੂੰ ਸਿੱਖੀ ਦਾ ਜਿਹੜਾ ਪ੍ਰਸਾਰ ਦੇ ਵਾਧੇ ਦੇ ਵਾਸਤੇ ਸਤਿਗੁਰਾਂ ਜੀ ਨੇ ਇਸ ਤਰਨ ਤਾਰਨ ਸਾਹਿਬ ਨਗਰ ਦੀ ਉਸ ਵਕਤ ਸਥਾਪਨਾ ਕੀਤੀ ਹੈ। ਇਹ ਜਿਹੜਾ ਨਗਰ ਹੈ ਦਿੱਲੀ ਤੋਂ ਲੈ ਕੇ ਪਿਸ਼ਾਵਰ ਤੱਕ ਜਾਂਦਾ, ਪਿਸ਼ੌਰ ਤੱਕ, ਜਲੰਧਰ ਥਾਈਂ ਹੁੰਦਿਆਂ ਹੋਇਆਂ ਫਿਰ ਲਾਹੌਰ ਨੂੰ ਅੱਗੇ ਜਾਂਦਾ ਇਹ ਮਾਰਗ। ਇਹ ਸ਼ੇਰ ਸ਼ਾਹ ਸੂਰੀ ਜਿਹੜਾ ਮਾਰਗ ਹੈ, ਉਹਦੇ ਨਾਂ 'ਤੇ ਇਹ ਮਾਰਗ ਹੈ। ਸਭ ਤੋਂ ਪੁਰਾਣਾ ਇੰਡੀਆ ਦਾ ਪਹਿਲਾ ਹਾਈਵੇ ਹੈ ਇਹ। ਇਸ ਨੂੰ ਅੰਗਰੇਜ਼ਾਂ ਨੇ ਬਾਅਦ 'ਚੋਂ ਪੱਕਿਆ ਕੀਤਾ। ਇਸ ਤੋਂ ਬਾਅਦ ਜਿਹੜੇ ਅੱਜ ਦੇ ਹਾਈਵੇ ਜਿਹੜੇ ਰੋਡ ਨੇ, GT ਰੋਡ, ਉਹ ਥੋੜ੍ਹੇ ਪਾਸਿਆਂ ਦੀ ਹੋ ਗਏ। ਪਰ ਜਿਸ ਨਗਰ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਇਹ ਸਰਾਂ ਬਣੀ ਹੋਈ ਹੈ, ਇਹ ਅੱਜ ਸੜਕ ਥੋੜ੍ਹੀ ਛੋਟੀ ਹੈ, ਪਰ ਇਹ ਉਹੀ ਮਾਰਗ ਹੈ ਪੁਰਾਣੇ ਸਮੇਂ ਦਾ ਜਿਹੜਾ ਉਸ ਵਕਤ ਨੈਸ਼ਨਲ ਹਾਈਵੇ ਸੀ। ਭਾਈ ਬੋਤਾ ਸਿੰਘ ਜੀ ਨੇ ਇਹਨਾਂ ਕਾਜ਼ੀਆਂ ਦੀ, ਜੇ ਤੁਰਕਾਂ ਦੀ ਚੁੰਗੀ ਨੂੰ ਚੱਕ ਕਰਕੇ ਆਪਣਾ ਡੇਰਾ ਉੱਥੇ ਕੀਤਾ। ਉਸੇ ਟਿਕਾਣੇ 'ਤੇ ਜਾ ਕੇ ਇਹਨਾਂ ਨੇ ਉਹਨਾਂ ਸਿਪਾਹੀਆਂ ਨੂੰ, ਤੁਰਕਾਂ ਨੂੰ ਭਜਾਇਆ ਔਰ ਖਾਲਸੇ ਦਾ ਝੰਡਾ ਲਾ ਕੇ ਕਹਿ ਦਿੱਤਾ ਕਿ ਚਲੋ ਜਾਓ, ਹੁਣ ਇਹ ਖਾਲਸੇ ਦਾ ਰਾਜ ਹੋ ਗਿਆ ਹੈ। ਲੜਕਨ ਜੈਸੀ ਖੇਲ ਜਿਉ ਗੜਾ ਧਰਾਇਓ ਨਾਏ। ਜਿਵੇਂ ਆਖਦੇ ਨੇ ਕਿ ਛੋਟੇ ਛੋਟੇ ਜਵਾਕ ਡੰਡਿਆਂ ਦੇ ਨਾਲ ਖੇਡਦੇ ਨੇ, ਉਸੇ ਤਰ੍ਹਾਂ ਭਾਈ ਬੋਤਾ ਸਿੰਘ ਜੀ ਨੇ ਉਹਨਾਂ ਕਾਜ਼ੀਆਂ ਨੂੰ, ਉਹਨਾਂ ਤੁਰਕਾਂ ਨੂੰ ਉੱਥੋਂ ਭਜਾ ਕਰਕੇ 4 ਚੁਫੇਰੇ ਲੱਕੜਾਂ ਦਾ ਇੱਕ ਚਗਿਰਦਾ ਵਲਿਆ, ਉਹਦੇ ਵਿੱਚ ਖਾਲਸੇ ਦਾ ਝੰਡਾ ਗੱਡ ਦਿੱਤਾ ਕਿ ਖਾਲਸੇ ਦਾ ਰਾਜ ਹੋ ਗਿਆ। ਚੌਪਈ ਬੈਠ ਸਿੰਘ ਤਹ ਜਗਾਤ ਲਗਾਈ। ਹੁਣ ਭਾਈ ਬੋਤਾ ਸਿੰਘ ਜੀ ਰਸਤੇ ਉੱਪਰ ਚੁੰਗੀ ਦੇ ਉੱਪਰ ਬੈਠ ਗਏ ਨੇ। ਔਰ ਆਖ ਦਿੱਤਾ ਇਹ ਜਿਹੜੀ ਚੁੰਗੀ ਇਹ ਖਾਲਸੇ ਦੀ ਚੁੰਗੀ ਹੈ,
ਇਹਦੇ ਵਿੱਚ ਤੁਹਾਨੂੰ ਟੈਕਸ ਭਰੇ ਤੋਂ ਬਿਨਾਂ, ਜਗਾਤ ਦਿੱਤੇ ਤੋਂ ਬਿਨਾਂ ਅਸੀਂ ਅੱਗੇ ਨਹੀਂ ਜਾਣ ਦੇਣਾ। ਆਉਣ ਜਾਣ ਵਾਲੇ ਰਾਹੀਆਂ ਤੋਂ ਇਹਨਾਂ ਚੁੰਗੀ ਲੈਣੀ ਸ਼ੁਰੂ ਕਰ ਦਿੱਤੀ। ਦੂਜੋ ਸਿੰਘ ਰੰਗਰੇਟੋ ਭਇਓ ਆਈ। ਭਾਈ ਬੋਤਾ ਸਿੰਘ ਜੀ ਦੇ ਨਾਲ ਜਿਹੜੇ ਦੂਸਰੇ ਸਿੰਘ ਨੇ ਉਹ ਰੰਗਰੇਟੇ ਗੁਰੂ ਕੇ ਬੇਟੇ ਨੇ। ਉਹਨਾਂ ਦਾ ਨਾਮ ਇਤਿਹਾਸ ਵਿੱਚ ਭਾਈ ਗਰਜਾ ਸਿੰਘ ਜੀ ਲਿਖ ਕਰਕੇ ਆਇਆ, ਉਹ ਵੀ ਨਾਲ ਹੀ ਇਹਨਾਂ ਦੇ ਬੈਠੇ ਹੋਏ ਨੇ। ਦੋ ਵਨ ਰੋਲਾ ਦਿਓ ਮਚਾਏ। ਦੋਹਾਂ ਸਿੰਘਾਂ ਨੇ ਰੋਲਾ ਜਿਹੜਾ ਉਹ ਪਾ ਦਿੱਤਾ, ਸ਼ੋਰ ਕਰ ਦਿੱਤਾ। ਆਉਣ ਜਾਣ ਵਾਲੇ ਰਾਹੀਆਂ ਨੂੰ ਆਖਦੇ ਨੇ, ਠਹਿਰੋ, ਸਾਡਾ ਪਹਿਲਾਂ ਇੱਥੇ ਵਸੂਲ ਜਿਹੜਾ ਸਾਡਾ ਟੈਕਸ ਹੈ ਸਾਨੂੰ ਦੇ ਕਰਕੇ ਜਾਓ, ਤਾਂ ਹੀ ਅਸੀਂ ਤੁਹਾਨੂੰ ਅੱਗੇ ਜਾਣ ਦੇਵਾਂਗੇ। ਉਹ ਜਿਹੜੇ ਰਾਹੀ ਨੇ ਉਹ ਆਖਦੇ, ਅਸੀਂ ਤੁਹਾਨੂੰ ਟੈਕਸ ਕਿਉਂ ਦਈਏ, ਸਰਕਾਰ ਨੂੰ ਦੇਵਾਂਗੇ ਜਾ ਕਰਕੇ। ਭਾਈ ਬੋਤਾ ਸਿੰਘ ਜੀ ਹੋਣੀ ਫਿਰ ਉਹਨਾਂ ਰਾਹੀਆਂ ਨੂੰ ਜਿਹੜੇ ਸਰਕਾਰ ਦੇ ਪਿੱਠੂ ਨੇ ਤੰਗ ਕਰਦੇ ਨੇ, ਉਹਨਾਂ ਨੂੰ ਫਿਰ ਸਲੋਤਰ ਡੰਡਾ ਫੇਰਦੇ ਨੇ ਕਿ ਤੁਹਾਨੂੰ ਟੈਕਸ ਭਰ ਕੇ ਹੀ ਜਾਣਾ ਪੈਣਾ, ਉਸ ਤਰ੍ਹਾਂ ਅੱਗੇ ਨਹੀਂ ਜਾਣ ਦੇਣਾ। ਖਬਰ ਲਾਹੌਰ ਜਿਵੇਂ ਪੁੱਜੇ ਜਾਏ। ਪਰ ਸਿੰਘਾਂ ਦਾ ਮਤਲਬ ਆਉਣ ਵਾਲੇ ਰਾਹੀਆਂ ਨੂੰ ਤੰਗ ਕਰਨਾ ਨਹੀਂ ਸੀ। ਉਹ ਕੇਵਲ ਤੇ ਕੇਵਲ ਇਹ ਚਾਹੁੰਦੇ ਸਨ ਕਿ ਜਿਹੜੇ ਇਹ ਰਾਹੀ ਆ ਰਹੇ ਨੇ ਇਹਨਾਂ ਨੂੰ ਤੰਗ ਕਰੀਏ, ਤਾਂ ਜੋ ਇਹ ਆਕੀ ਹੋ ਕਰਕੇ ਲਾਹੌਰ ਦਰਬਾਰ ਦਾ ਖਬਰ ਪਹੁੰਚਾਉਣ ਕਿ ਸਿੰਘਾਂ ਨੇ ਡੇਰਾ ਲਾ ਲਿਆ, ਚੁੰਗੀ ਲਾ ਲਈ, ਉਹ ਧੱਕੇ ਦੇ ਨਾਲ ਟੈਕਸ ਵਸੂਲਦੇ ਪਏ ਨੇ। ਇਹ ਖਬਰ ਕਿਸੇ ਵੀ ਤਰ੍ਹਾਂ ਲਾਹੌਰ ਪਹੁੰਚ ਜਾਵੇ। ਦੋਹਰਾ ਔਰ ਚਿੱਠੀ ਤੇ 3 ਲਿਖੀ, ਜੋ ਸੁਣ ਨਵਾਬ ਜਲ ਜਾਏ। ਪਰ ਜਿਹੜੀ ਸਿੰਘਾਂ ਨੇ ਟੈਕਸ ਤਾਂ ਲਾਇਆ ਆਉਣ ਵਾਲੇ ਰਾਹੀਆਂ ਨੂੰ, ਪਰ ਫਿਰ ਵੀ ਗੱਲ ਨਹੀਂ ਬਣੀ, ਕਿਉਂਕਿ ਜਿਹੜੇ ਰਾਹੀ ਸਨ ਉਹ ਅੱਕ ਕੇ ਪਰੇਸ਼ਾਨ ਹੋ ਕੇ ਅਸੀਂ ਕਿਉਂ ਇਹਨਾਂ ਚੱਕਰਾਂ ਦੇ ਵਿੱਚ ਪਈਏ, ਟੈਕਸ ਭਰਨ ਲੱਗੇ ਔਰ ਆਪਣਾ ਅੱਗੇ ਜਾਣਾ ਸ਼ੁਰੂ ਕਰ ਦਿੱਤਾ। ਪਰ ਕਿਸੇ ਨੇ ਲਾਹੌਰ ਦਰਬਾਰ ਵਿੱਚ ਗੱਲ ਨਾ ਕੀਤੀ। ਭਾਈ ਬੋਤਾ ਸਿੰਘ ਜੀ ਚਾਹੁੰਦੇ ਸਨ ਕਿ ਇਹ ਜਿਹੜੀ ਗੱਲ ਹੈ ਕਿ ਸਿੰਘ ਟੈਕਸ ਲੈਂਦੇ ਪਏ ਨੇ ਸ਼ਾਹੀ ਰੋਡ ਦੇ ਉੱਪਰ, ਇਹ ਲਾਹੌਰ ਦਰਬਾਰ ਦਾ ਗੱਲ ਪਹੁੰਚ ਜਾਵੇ। ਜਦ ਵੇਖਿਆ ਕਿ ਕੋਈ ਵੀ ਗੱਲ ਨਹੀਂ ਕਰਦਾ ਪਿਆ, ਭਾਈ ਬੋਤਾ ਸਿੰਘ ਜੀ ਨੇ ਆਪਣੀ ਕਲਮ ਚੱਕੀ ਹੈ ਔਰ ਜ਼ਕਰੀਆ ਖਾਨ ਬਹਾਦਰ ਜਿਹੜਾ ਉਹਨੂੰ ਚਿੱਠੀ ਲਿਖੀ, ਉਹ ਵੀ ਇਸ ਤਰ੍ਹਾਂ ਦੀ ਜਿਹਨੂੰ ਪੜ੍ਹ ਕੇ ਜ਼ਕਰੀਆ ਖਾਨ ਨੂੰ ਗੁੱਸਾ ਆ ਜਾਵੇ, ਉਹ ਗੁੱਸੇ ਦੇ ਨਾਲ ਸੜ ਗਲ ਜਾਵੇ। ਇਸ ਤਰ੍ਹਾਂ ਭਾਈ ਬੋਤਾ ਸਿੰਘ ਨੇ ਚਿੱਠੀ ਲਿਖੀ ਹੈ। ਚਿੱਠੀ ਵਿੱਚ ਭਾਈ ਬੋਤਾ ਸਿੰਘ ਜੀ ਕੀ ਲਿਖਦੇ ਨੇ, ਚੜਾ ਫੌਜ ਜਿਮ ਤੁਰੰਤ ਹੀ ਕਛੂ ਨਾ ਦੇਰ ਲਗਾਏ। ਚਿੱਠੀ ਕੁਝ ਇਸ ਤਰ੍ਹਾਂ ਦੀ ਲਿਖੀ ਨਵਾਬ ਨੂੰ, ਜਿਹਨੂੰ ਸੁਣਦਿਆਂ ਸਾਰ ਜਿਹੜਾ ਜ਼ਕਰੀਆ ਖਾਨ ਹੈ ਉਹ ਫੌਜ ਲੈ ਕਰਕੇ ਚੜ੍ਹ ਕੇ ਨਾਲ ਦੀ ਨਾਲ ਦੌੜ ਕਰਕੇ ਆ ਜਾਵੇ, ਇਹ ਨਾ ਸੋਚੇ ਕਿ ਸਿੰਘਾਂ ਦਾ ਕੀ ਕਰਾਂ। ਇਸ ਤਰ੍ਹਾਂ ਦੀ ਉਹਨਾਂ ਚਿੱਠੀ ਲਿਖੀ ਹੈ ਕਿ ਜ਼ਕਰੀਆ ਖਾਨ ਚਿੱਠੀ ਪੜ੍ਹੇ ਔਰ ਦਵਾ ਦਵ ਆਪਣੇ ਘੋੜ ਸਵਾਰ ਫੌਜ ਲੈ ਕਰਕੇ ਸਾਡੇ ਨਾਲ ਟਾਕਰਾ ਕਰ ਲਈ ਇੱਥੇ ਆ ਜਾਵੇ। ਚੌਪਈ ਚਿੱਠੀ ਲਿਖਾ ਯੋ ਸਿੰਘ ਬੋਤਾ। ਭਾਈ ਬੋਤਾ ਸਿੰਘ ਜੀ ਨੇ ਚਿੱਠੀ ਦੇ ਉੱਪਰ ਇਉਂ ਲਿਖਿਆ, ਹੱਥ ਹੈ ਸੋਟਾ ਵਿੱਚ ਰਾਹ ਖੜੋਤਾ। ਆਖਣ ਲੱਗੇ ਜ਼ਕਰੀਆ ਖਾਨ ਗੱਲ ਸੁਣ, ਜਿਹੜਾ ਤੇਰਾ ਸ਼ਾਹੀ ਮਾਰਗ ਹੈ ਇਹਦੇ ਵਿੱਚ ਮੈਂ ਬੋਤਾ ਸਿੰਘ ਖੜਾ ਹੋਇਆ ਹਾਂ। ਹੱਥ ਦੇ ਵਿੱਚ ਮੇਰੇ ਸੋਟਾ ਹੈ, ਜਿਹੜੀ ਨੂਰਦੀਨ ਦੀ ਸਰਾਹ ਆ, ਉਸ ਰਾਹ ਦੇ ਉੱਪਰ ਮੈਂ ਖੜਾ ਹੋਇਆ ਹਾਂ। ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ। ਜੇ ਕੋਈ ਰਾਹਗੀਰ ਖੋਤਾ ਲੱਦੀ ਜਾਂਦਾ ਹੈ, ਖੋਤੇ ਦੇ ਉੱਪਰ ਉਹਨੇ ਸਮਾਨ ਲਾ ਰੱਖਿਆ ਹੋਇਆ, ਉਹਨੂੰ ਉਹਦੇ ਕੋਲੋਂ ਮੈਂ 1 ਪੈਸਾ ਵਸੂਲ ਕਰਦਾ ਪਿਆ, ਜੋ ਸਮੇਂ ਉਸ ਵੇਲੇ ਕਰੰਸੀ ਚੱਲਦੀ ਹੈ। ਪੈਸਾ ਲਾਇਆ ਖੋਤਾ, ਜਿਹਦੇ ਕੋਲ ਖੋਤਾ ਹੈ ਉਹਦੇ ਕੋਲੋਂ 1 ਪੈਸਾ। ਜੇ ਕੋਈ ਅਨਾਜ ਗੱਡੇ ਆਦਿਕ ਭਰ ਕੇ ਲੈ ਕੇ ਜਾਂਦਾ, ਗੱਡੇ ਭਰ ਕੇ ਸਮਾਨ ਦੇ ਖੜਦਾ ਪਿਆ, ਉਹਨਾਂ ਕੋਲੋਂ ਮੈਂ 1 ਆਨਾ ਵਸੂਲ ਕਰਦਾ ਪਿਆ ਹਾਂ। ਆਖੋ ਭਾਬੀ ਖਾਨੂ ਨੂੰ, ਯੋਂ ਆਖੈ ਸਿੰਘ ਬੋਤਾ। ਭਾਈ ਬੋਤਾ ਸਿੰਘ ਜੀ ਵੀ ਨਵਾਬ ਕਪੂਰ ਸਿੰਘ ਜੀ ਦੇ ਨਗਰ ਦੇ ਹੀ ਰਹਿਣ ਵਾਲੇ ਨੇ। ਇਸ ਨਗਰ ਵਿੱਚੋਂ ਬੜੇ ਯੋਧੇ ਹੋਏ ਨੇ। ਔਰ ਜਿਹੜਾ ਖਾਨ ਬਹਾਦਰ ਜ਼ਕਰੀਆ ਖਾਨ ਹੈ, ਇਹਦੀ ਇੱਕ ਭੈਣ ਹੈ ਜਿਹਨੂੰ ਖਾਨੋ ਕਰਕੇ ਨਾਂ ਆਇਆ, ਉਹਦੀ ਵੱਡੀ ਭੈਣ ਹੈ ਜ਼ਕਰੀਆ ਖਾਨ ਦੀ। ਇਹ ਜਿਹੜੀ ਖਾਨੋ ਹੈ, ਭਾਈ ਬੋਤਾ ਸਿੰਘ ਜੀ ਦੇ ਨਗਰ ਇੱਕ ਰਹਿੰਦਾ ਫਰਜੁੱਲਾ ਖਾਂ। ਫਰਜੁੱਲੇ ਖਾਂ ਨੂੰ ਇਹ ਖਾਨੋ ਵਿਆਹੀ ਹੋਈ ਹੈ। ਭਾਈ ਬੋਤਾ ਸਿੰਘ ਦੇ ਨਗਰ ਹੋਣ ਵਾਸਤੇ ਭਾਈ ਬੋਤਾ ਸਿੰਘ ਜੀ ਜ਼ਕਰੀਆ ਖਾਨ ਦੀ ਭੈਣ ਨੂੰ ਭਾਬੀ ਆਖਦੇ ਨੇ।
ਪਰ ਜਿਹੜੀ ਇਹ ਖਾਨੋ ਹੈ ਇਹਨੇ ਸਿੰਘਾਂ ਨੂੰ ਮਾਰਨ ਦੇ ਵਾਸਤੇ ਜ਼ਕਰੀਆ ਖਾਨ ਨੂੰ ਬੜਾ ਉਕਸਾਇਆ। ਬੜੇ ਸਿੰਘ ਇਹਨੇ ਸ਼ਹੀਦ ਕੀਤੇ ਨੇ ਜ਼ਕਰੀਆ ਖਾਨ ਦੀ ਭੈਣ ਨੇ। ਔਰ ਆਖਣ ਲੱਗੇ, ਆਖੋ ਭਾਬੀ ਖਾਨੋ ਨੂੰ ਜੋ ਆਖੇ ਸਿੰਘ ਬੋਤਾ, ਮੇਰਾ ਸੁਨੇਹਾ ਭਾਬੀ ਖਾਨੋ ਨੂੰ ਤੱਕ ਇਹ ਸੁਨੇਹਾ ਲਾ ਦਿਓ ਕਿ ਤੇਰਾ ਦਿਓਰ ਬੋਤਾ ਸਿੰਘ ਇੰਜ ਆਖਦਾ ਪਿਆ ਹੈ, ਦੋਹਰਾ ਖਾਨ ਬਹਾਦਰ ਨਵਾਬ ਕੀ ਖਾਨੋ ਵੱਡੀ ਸੋ ਭੈਣ। ਨਵਾਬ ਜਿਹੜਾ ਖਾਨ ਬਹਾਦਰ ਜ਼ਕਰੀਆ ਖਾਨ ਹੈ ਉਹਦੀ ਵੱਡੀ ਭੈਣ ਹੈ ਖਾਨੋ। ਫਰਜੁੱਲਾ ਖਾਂ ਕੀ ਇਸਤਰੀ ਖਾਲਸੇ ਵੱਡ ਦੁੱਖ ਦੇਣ। ਜਿਹੜੀ ਫਰਜੁੱਲਾ ਖਾਂ ਜਿਹੜਾ ਹੋਇਆ ਉਹਦੇ ਘਰੋਂ ਉਹਦੇ ਨਾਲ ਵਿਆਹੀ ਹੋਈ ਹੈ ਇਹ ਖਾਨੋ, ਪਰ ਇਹਨੇ ਖਾਲਸੇ ਨੂੰ ਬੜਾ ਦੁੱਖ ਦਿੱਤਾ, ਬੜਾ ਇਹਨੇ ਉਕਸਾਇਆ ਜ਼ਕਰੀਆ ਖਾਨ ਨੂੰ ਕਿ ਇਹਨਾਂ ਸਿੰਘਾਂ ਨੂੰ ਖਤਮ ਕਰ ਦੇ। ਚੌਪਈ ਖਾਨ ਸੁਣ ਦਈ ਫੌਜ ਚੜਾਏ। ਜਿਹੜੀ ਗੱਲ ਸਿੰਘ ਚਾਹੁੰਦੇ ਸਨ, ਜ਼ਕਰੀਆ ਖਾਨ ਨੂੰ ਫੌਜ ਭੇਜ ਦੇਵੇ ਚਿੱਠੀ ਪੜ੍ਹ ਕੇ, ਆਖਰ ਉਹੀ ਹੋਇਆ। ਖਾਨੋ ਨੇ ਚਿੱਠੀ ਸੁਣੀ ਹੈ। ਚਿੱਠੀ ਸੁਣ ਕੇ ਬੋਤਾ ਸਿੰਘ ਹੁਰੀ, ਭਾਈ ਗਰਜਾ ਸਿੰਘ, ਦੋ ਹੀ ਸਿੰਘ ਨੇ, ਇਹਨਾਂ ਦੇ ਉੱਪਰ ਫੌਜ ਦੇ ਦਿੱਤੀ। ਫੌਜ ਭੇਜੀ ਹੈ ਇਹਨਾਂ ਨੂੰ ਫੜ ਕੇ ਲਿਆਉਣ ਵਾਸਤੇ, ਖਤਮ ਕਰਨ ਦੇ ਵਾਸਤੇ। ਸੋ ਸਿੰਘ ਢਿੱਗ ਪਹੁੰਚੀ ਆਏ। ਉਹ ਜਿਹੜੀ ਫੌਜ ਆਈ ਹੈ ਸਿੰਘਾਂ ਦੇ ਕੋਲ ਆ ਪਹੁੰਚੀ ਹੈ। ਖੜਾ ਸਿੰਘ ਇੱਕ ਤੋਂ ਤੇਹ ਥਾਏ। ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ, ਇਹ ਦੋਵੇਂ ਸਿੰਘ ਉਸੇ ਥਾਂ 'ਤੇ ਖੜ੍ਹੇ ਹੋਏ ਨੇ ਜਿੱਥੇ ਇਹ ਲੋਕਾਂ ਨੂੰ ਰੋਕ ਕੇ ਟੈਕਸ ਲੈਂਦੇ ਨੇ। ਭਾਈ ਬੋਤਾ ਸਿੰਘ ਅਜੇ ਉੱਥੇ ਹੀ ਰੁਕੇ ਹੋਏ ਨੇ। ਦੂਜੋ ਚਲੇ ਉੱਥੋਂ ਰਮਣੇ ਦਾਏ। ਜਿਹੜਾ ਦੂਜਾ ਸਿੰਘ ਭਾਈ ਬੋਤਾ ਸਿੰਘ ਉੱਥੇ ਹੀ ਖੜ੍ਹੇ ਨੇ। ਦੂਜਾ ਸਿੰਘ ਅਜੇ ਜੰਗਲ ਪਾਣੀ ਜਾਣ ਲੱਗੇ ਸਨ। ਦੇਖ ਫੌਜ ਮੁੜ ਆਇਓ ਸੋਏ। ਹਜੇ ਤੁਰਨ ਹੀ ਲੱਗੇ ਨੇ, ਵੇਖਿਆ ਕਿ ਫੌਜ ਆ ਗਈ ਹੈ। ਫੌਜ ਨੂੰ ਵੇਖਦੇ ਸਾਰੀ ਵਾਪਸ ਮੁੜੇ ਨੇ। ਲਲਕਾਰੋ ਦੀਨ ਗੁਰ ਫਤਿਹ ਬਲੋਏ। ਇਹ ਜਿਹੜੇ ਸਿੰਘ ਵਾਪਸ ਮੁੜੇ ਨੇ, ਆਉਣ ਸਾਰ ਭਾਈ ਬੋਤਾ ਸਿੰਘ ਨੂੰ ਫਤਿਹ ਬੁਲਾਈ ਜ਼ੋਰਦਨੀ। ਲਲਕਾਰਿਆ ਹੈ ਫੌਜ ਨੂੰ ਆਉਣ ਸਾਰ ਫਤਿਹ ਬੁਲਾ ਕਰਕੇ ਕਿ ਟੈਕਸ ਭਰੋ ਫੇਰ ਹੀ ਅੱਗੇ ਜਾਣ ਦੇਵਾਂਗੇ। ਇਮ ਦੋ ਸਿੰਘ ਭਏ ਤਿਆਰ। ਦੋਵਾਂ ਸਿੰਘਾਂ ਨੇ ਕਮਰ ਕਸੇ ਕੱਸ ਲਏ ਨੇ, ਤਿਆਰ ਬਾਰ ਤਿਆਰ ਹੋ ਗਏ ਨੇ ਫੌਜ ਨੂੰ ਵੇਖ ਕਰਕੇ। ਹੱਥ ਇੱਕ ਸੋਟਾ ਗਲ ਤਲਵਾਰ। ਗਾਤਰ ਦੇ ਨਾਲ ਸ਼੍ਰੀ ਸਾਹਿਬ ਬੱਧੀ ਹੋਈ ਹੈ। ਔਰ ਹਥਿਆਰ ਕਿਹੜੇ ਨੇ? ਹੱਥ ਦੇ ਵਿੱਚ ਇੱਕ ਸੋਟਾ ਫੜਿਆ ਹੋਇਆ, ਦੂਜੇ ਹੱਥ ਨੇਜਾ ਇੱਕ ਫਲਾ, ਔਰ ਦੂਜੇ ਹੱਥ ਦੇ ਵਿੱਚ ਇੱਕ ਨੇਜਾ ਇੱਕ ਫਲੇ ਵਾਲਾ। ਇੱਕ ਹੱਥ ਸੋਟਾ, ਦੂਜੇ ਹੱਥ ਦੇ ਵਿੱਚ ਇੱਕੋ ਹੀ ਨੇਜਾ ਇੱਕੋ ਫਲੇ ਵਾਲਾ। ਕਿਲੇ ਬਾਹਰ ਸਿੰਘ ਨਿਕਲ ਖਾਲਾ। ਜਿਹੜੀ ਸਿੰਘਾਂ ਨੇ ਉਹ ਲੱਕੜਾਂ ਦੀ ਵਾਰ ਕੀਤੀ ਹੈ। ਜਿਸ ਜਗ੍ਹਾ ਨਿਸ਼ਾਨ ਸਾਹਿਬ ਗੱਡਿਆ ਹੋਇਆ ਉਹਨੂੰ ਨਾਮ ਦਿੱਤਾ ਕਿ ਸਿੰਘਾਂ ਦਾ ਕਿਲ੍ਹਾ ਹੈ। ਉਸ ਵਾਰ ਦੇ ਵਿੱਚੋਂ, ਕਿਲ੍ਹੇ ਦੇ ਵਿੱਚੋਂ ਬਾਹਰ ਨਿਕਲੇ ਨੇ ਦੋਵੇਂ ਸਿੰਘ ਔਰ ਮੁਕਾਬਲਾ ਕਰਨ ਦੇ ਵਾਸਤੇ ਤਿਆਰ ਹੋ ਗਏ ਨੇ। ਤਬ ਤੁਰਕਣ ਜਿਉਂ ਬਚਨ ਪੁਕਾਰੇ। ਪਰ ਜਿਹੜੀ ਤੁਰਕਾਂ ਦੀ ਫੌਜ ਆਈ ਹੈ, ਸਿੰਘਾਂ ਨੇ ਫੌਜ ਨੂੰ ਆਖਿਆ ਕਿ ਤੁਹਾਨੂੰ ਟੈਕਸ ਭਰਨ ਵਾਸਤੇ ਕਿਹਾ। ਜਿਹੜੇ ਤੁਰਕ ਨੇ ਉਹਨਾਂ ਸਿੰਘਾਂ ਨੂੰ ਉੱਚੀ ਆਵਾਜ਼ ਵਿੱਚ ਇਉਂ ਜਵਾਬ ਆਵਾਜ਼ ਮਾਰੀ ਹੈ। ਉਹਨਾਂ ਤੁਰਕਾਂ ਨੇ, ਜਿਹੜਾ ਫੌਜਦਾਰ ਆਇਆ ਉਹ ਆਖਣ ਲੱਗੇ, ਲਰਨ ਨਾ ਮਰੋ ਸਿੰਘ ਚੱਲ ਹਮ ਨਾਰੇ। ਆਖਣ ਲੱਗੇ, ਸਿੰਘੋ ਐਵੇਂ ਕਿਉਂ ਲੜਦੇ ਹੋ, ਕਿਉਂ ਮਰਦੇ ਹੋ, ਆਪਣੀ ਜਾਨ ਗਵਾਉਂਦੇ ਹੋ, ਸਾਡੇ ਨਾਲ ਚੱਲੋ ਲਾਹੌਰ ਨੂੰ, ਜਾਂ ਬਖਸ਼ੀ ਕਰ ਤੁਝੈ ਛਡਾਊਂ। ਵਾਹਿਗੁਰੂ ਜੀ, ਤੈਨੂੰ ਲੈ ਸੰਗ ਨਵਾਬ ਮਿਲਾਊਂ। ਆਖਣ ਲੱਗੇ, ਚੱਲ ਬੋਤਾ ਸਿੰਘਾ ਸਾਡੇ ਨਾਲ ਚੱਲ, ਤੇਰੀ ਨਵਾਬ ਦੇ ਨਾਲ ਮੁਲਾਕਾਤ ਕਰਾ ਦਿਆਂਗੇ ਜਾ ਕਰਕੇ। ਜਾਂ ਬਖਸ਼ੀ ਕਰ ਤੁਝੈ ਛਡਾਊਂ। ਨਵਾਬ ਤੋਂ ਜਿਹੜੀ ਤੇਰੀ ਜਾਨ ਹੈ ਉਹ ਬਖਸ਼ੀ ਕਰਵਾ ਦਿਆਂ। ਨਵਾਬ ਨੂੰ ਕਹਿ ਕਰਕੇ ਤੈਨੂੰ ਬਖਸ਼ਾ ਦਿਆਂਗਾ, ਤੈਨੂੰ ਛਡਾ ਦਿਆਂਗਾ। ਇਸ ਤਰ੍ਹਾਂ ਜਿਹੜਾ ਫੌਜਦਾਰ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗਾ ਸਿੰਘਾਂ ਦੇ ਨਾਲ। ਸਿੰਘ ਕਹੀ ਹਮ ਕਬ ਜਾਨ ਬਚਾਵੈਂ। ਉਹ ਸਿੰਘਾਂ ਨੇ ਫਿਰ ਲਲਕਾਰ ਕੇ ਆਖਿਆ, ਅਸੀਂ ਕਦੋਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਉਹ ਜਾਨ ਉਹ ਬਖਸ਼ ਦਿੱਤੀ ਜਾਵੇ। ਅਸੀਂ ਤਾਂ ਆਏ ਹੀ ਮਰਨ ਦੇ ਵਾਸਤੇ ਹਾਂ, ਤਾਂ ਹੀ ਤਾਂ ਤੁਹਾਨੂੰ ਚਿੱਠੀ ਲਿਖੀ ਹੈ। ਹਮ ਤੋਂ ਮਰਨਾ ਆਪ ਤਕਾਵੈਂ। ਤੂੰ ਸਾਨੂੰ ਆਖਦਾ ਪਿਆ ਕਿ ਤੇਰੀ ਜਿਹੜੀ ਜਾਨ ਹੈ ਉਹ ਬਖਸ਼ ਦਿੱਤੀ ਜਾਵੇਗੀ। ਅਸੀਂ ਤਾਂ ਆਪ ਮਰਨ ਨੂੰ ਤਿਆਰ ਖੜ੍ਹੇ ਹੋਏ ਹਾਂ।
ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਸਾਡੀ ਮੌਤ ਹੋ ਜਾਵੇ। ਦੋਹਰਾ ਹਮ ਸੋ ਲੜਨਾ ਝੱਬ ਕਰੋ, ਘੋੜੇ ਤੇ ਉਤਰਾਏ। ਸਿੰਘ ਕਹਿਣ ਲੱਗੇ ਐਵੇਂ ਗੱਲਾਂ ਨਾ ਬਣਾਓ, ਘੋੜੇ ਤੋਂ ਹੇਠਾਂ ਉਤਰੋ, ਸਾਡੇ ਨਾਲ ਆ ਕਰਕੇ ਮੁਕਾਬਲਾ ਕਰੋ ਤਾਂ ਜੋ ਸ਼ਹੀਦੀ ਪ੍ਰਾਪਤ ਕਰੀਏ। ਤੁਮ ਹਥਿਆਰ ਸੋ ਹੱਥ ਰੱਖ, ਹਮ ਸੋਟੇ ਲਾਵੈਂ ਧਾਏ। ਸਿੰਘ ਜੀ ਆਖਣ ਲੱਗੇ, ਓਏ ਤੁਰਕੋ ਗੱਲ ਸੁਣੋ, ਤੁਸੀਂ ਆਪਣੇ ਹਥਿਆਰ ਨੂੰ ਹੱਥ ਦੇ ਵਿੱਚ ਫੜ ਕਰਕੇ ਰੱਖੋ, ਸਾਡੇ ਕੋਲ ਤਾਂ ਕੇਵਲ ਸੋਟੇ ਨੇ, ਇਹਨਾਂ ਸੋਟਿਆਂ ਦੇ ਨਾਲ ਮੁਕਾਬਲਾ ਕਰਨਾ, ਇਹਨਾਂ ਦੇ ਨਾਲ ਜਿਹੜੇ ਤੁਹਾਡੇ ਖੋਪਰ ਨੇ ਉਹ ਖੋਲ੍ਹ ਦੇਣੇ ਨੇ। ਚੌਪਈ ਦੇਖੋ ਸੋਟੇ ਸੋ ਕਿਆ, ਹਮ ਤੇ ਸਰੇ। ਤੁਸੀਂ ਇਹ ਵੇਖੋ ਕਿ ਤੁਹਾਡੇ ਕੋਲ ਜਿਹੜੇ ਸ਼ਸਤਰ ਨੇ ਉਹ ਕਿਹੜੇ ਨੇ, ਤੁਹਾਡੇ ਕੋਲ ਤੀਰ, ਨੇਜੇ, ਤਲਵਾਰਾਂ ਆਦਿਕ ਨੇ, ਸਾਡੇ ਕੋਲ ਤਾਂ ਕੇਵਲ ਇਹ ਸੋਟਾ ਹੀ ਹੈ, ਫਿਰ ਵੀ ਕਿਉਂ ਡਰਦੇ ਪਏ ਹੋ। ਕਿਆ ਕਿਆ ਹਿੰਮਤ ਹਮ ਤੁਮ ਕਰੇ, ਆ ਜਾਓ ਮੈਦਾਨ ਦੇ ਵਿੱਚ, ਪਤਾ ਲੱਗ ਜਾਵੇ ਕਿ ਤੁਸੀਂ ਕਿੰਨੀ ਕੁ ਹਿੰਮਤ ਕਰਦੇ ਹੋ ਲੜਨ ਦੇ ਵਾਸਤੇ, ਤੁਹਾਡੇ ਵਿੱਚ ਕਿੰਨੀ ਕੁ ਹਿੰਮਤ ਹੈ, ਸਾਡੇ ਵਿੱਚ ਕਿੰਨੀ ਕੁ ਹਿੰਮਤ ਹੈ, ਕਿਵੇਂ ਲੜਦੇ ਹਾਂ ਅਸੀਂ ਤੁਹਾਡੇ ਨਾਲ। ਆ ਜਾਓ ਇੱਕ ਵਾਰ ਘੋੜੇ ਤੋਂ ਉਤਰ ਕੇ ਹੇਠਾਂ। ਫਿਰ ਤੁਰਕ ਕਹਿ ਚੱਲ ਹਮਰੇ ਸਾਥ, ਜਿਹੜੇ ਤੁਰਕ ਨੇ ਉਹ ਫਿਰ ਕਹਿਣ ਲੱਗੇ, ਬੋਤਾ ਸਿੰਘ ਕਿਉਂ ਲੜਦਾ ਪਿਆ, ਕੀ ਲੋੜ ਹੈ ਇਸ ਗੱਲ ਦੀ ਲੜਾਈ ਝਗੜ ਦੀ, ਸਾਡੇ ਨਾਲ ਚੱਲ ਲਾਹੌਰ ਵੱਲ ਨੂੰ। ਹਮ ਤੁਮੈ ਕਰਾਂ ਮੈਂ ਕਚਹਿਰੀ ਬਾਤ, ਸਾਡੇ ਨਾਲ ਚੱਲ ਲਾਹੌਰ, ਉੱਥੇ ਖਾਨ ਬਹਾਦਰ ਦੀ ਕਚਹਿਰੀ ਲੱਗੀ ਆ, ਤੇਰੀਆਂ ਸਿੱਧੀਆਂ ਗੱਲਾਂ ਉੱਥੇ ਕਰਾ ਦਿਆਂਗੇ। ਸਿੰਘ ਕਹਿ ਹਮ ਤੁਮ ਕਿਆ ਗੱਲ, ਸਿੰਘ ਜੀ ਕਹਿਣ ਲੱਗੇ ਸਾਡੀ ਕਾਹਦੀ ਤੁਹਾਡੀ ਗੱਲ, ਕਿਹੜੀ ਗੱਲ ਕਰਨੀ ਹੈ ਤੁਹਾਡੇ ਨਾਲ, ਅਸੀਂ ਤੁਹਾਡੇ ਨਾਲ ਗੱਲ ਕਰਨ ਦੀ ਵਾਸਤੇ ਥੋੜ੍ਹੀ ਇੱਥੇ ਆਏ ਹਾਂ। ਕਰਾਂ ਕਚਹਿਰੀ ਅੱਗੇ ਸੋ ਚੱਲ, ਗੱਲ ਤਾਂ ਕਚਹਿਰੀ ਵਿੱਚ ਹੀ ਕਰਾਂਗੇ, ਪਰ ਜਿਹੜੀ ਅੱਗੇ ਪਰਮਾਤਮਾ ਦੀ ਕਚਹਿਰੀ ਜਿੱਥੇ ਲੱਗਣੀ ਹੈ ਉਸ ਕਚਹਿਰੀ 'ਚ ਗੱਲ ਕਰਾਂਗੇ, ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਨਹੀਂ ਅਸੀਂ ਜਾਣਾ। ਹਮ ਤੁਮ ਸੋ ਅਬ ਸ਼ਸਤਰਨ ਮੇਲ, ਸਾਡਾ ਅਤੇ ਤੁਹਾਡਾ ਹੁਣ ਕੇਵਲ ਤੇ ਕੇਵਲ ਸ਼ਸਤਰਾਂ ਦਾ ਮੇਲ ਹੈ, ਗੱਲਾਂ ਬਾਤਾਂ ਦਾ ਨਹੀਂ। ਹੁਣ ਸ਼ਸਤਰ ਚੱਕੋ ਅਤੇ ਸਾਡੇ ਨਾਲ ਦੋ ਦੋ ਹੱਥ ਕਰੋ, ਸੋਟੇ ਢੀਮ ਮਿਲਾਵੈਂ ਸੇਲ। ਸਿੰਘਾਂ ਦੇ ਕੋਲ ਜਿਹੜੇ ਨੇ ਆਖਣ ਲੱਗੇ ਕਿ ਸੋਟੇ, ਇੱਟਾਂ ਅਤੇ ਢੀਮਾਂ, ਇਹ ਢੀਮ ਜਿਹੜੇ ਰੋੜੇ ਘੁਮਾ ਕੱਢ ਕੇ ਮਾਰਨ, ਇਹ ਵੀ ਇੱਕ ਕਲਾ ਹੈ। ਬੜੇ ਤਰੀਕੇ ਦੇ ਨਾਲ ਇਸ ਰੋੜੇ ਨੂੰ ਘੁਮਾ ਕਰਕੇ ਸੁੱਟਿਆ ਜਾਂਦਾ, ਪਰ ਜਿਸ ਦੇ ਰੋੜਾ ਵੱਜਦਾ ਉਹਦਾ ਨਾਲ ਹੀ ਜਿਹੜਾ ਖੋਪਰ ਖੁੱਲ੍ਹ ਜਾਂਦਾ, ਉਹ ਅਗਲੇ ਜਹਾਨ ਪਹੁੰਚ ਜਾਂਦਾ। ਸੋਟੇ ਢੀਮ ਮਿਲਾਵੈਂ ਸੇਲ, ਆਓ ਜੋ ਆਪਾਂ ਹੁਣ ਸੋਟੇ, ਇੱਟਾਂ ਅਤੇ ਢੀਮਾਂ ਦੇ ਨਾਲ ਮੇਲ ਕਰੀਏ, ਇੱਕ ਦੂਜੇ ਦੇ ਸ਼ਸਤਰ ਮਾਰੀਏ ਆਪਾਂ ਇੱਕ ਦੂਜੇ ਦੇ, ਪਰ ਇਹਨਾਂ ਗੱਲਾਂ ਬਾਤਾਂ ਵਿੱਚ ਆਪਣਾ ਸਮਾਂ ਨਾ ਖਰਾਬ ਕਰੀਏ। ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ ਦੋਵੇਂ ਪਿੱਠ ਜੋੜ ਕੇ ਖਲੋ ਗਏ ਔਰ ਉਹਨਾਂ ਨੂੰ ਮੁਕਾਬਲਾ ਕਰਨ ਦੇ ਵਾਸਤੇ ਤਿਆਰ ਬਰ ਤਿਆਰ ਹੋ ਗਏ ਨੇ। ਔਰ ਕਿਸ ਤਰ੍ਹਾਂ ਇਹਨਾਂ ਸਿੰਘਾਂ ਨੇ ਉਹਨਾਂ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਆਪਣੀ ਜਿਹੜੀ ਕੁਰਬਾਨੀ ਦਿੱਤੀ ਹੈ, ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸ਼ਰਵਣ ਕਰਾਂਗੇ ਕਿ ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ, ਜਿਨ੍ਹਾਂ ਨੇ ਇਸ ਗੱਲ ਦੇ ਵਾਸਤੇ ਕੇਵਲ ਆਪਣਾ ਸੀਸ ਕੁਰਬਾਨ ਕਰਨਾ ਲੋਚਿਆ ਕਿ ਜਿਹੜੇ ਸਮੇਂ ਦੇ ਹਾਕਮ ਨੇ ਉਹਨਾਂ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਸਿੰਘ ਖਤਮ ਹੋ ਗਈ, ਇਹਨਾਂ ਲੋਕਾਂ ਨੂੰ ਦੱਸਣਾ ਕਰੀਏ ਕਿ ਨਹੀਂ ਸਿੰਘ ਤਾਂ ਜਿਉਂਦੇ ਨੇ, ਸਗੋਂ ਸਿੰਘਾਂ ਦਾ ਜਿਹੜਾ ਉਹ ਰਾਜ ਵੀ ਹੋ ਗਿਆ, ਰਾਜ ਕਾਇਮ ਕਰ ਲਿਆ। ਕਿਉਂਕਿ ਜਿਹੜੀ ਚੁੰਗੀ ਵਸੂਲ ਕਰਨੀ, ਟੈਕਸ ਭਰਾਉਣੇ ਨੇ, ਇਹ ਕੇਵਲ ਤੇ ਕੇਵਲ ਇੱਕ ਸਰਕਾਰ ਹੀ ਕਰਾ ਸਕਦੀ ਜਿਸ ਦੇ ਅਧੀਨ ਰਾਜ ਹੋਵੇ, ਕੋਈ ਆਮ ਬੰਦਾ ਟੈਕਸ ਨਹੀਂ ਵਸੂਲ ਸਕਦਾ। ਉਸੇ ਤਰ੍ਹਾਂ ਸਿੰਘਾਂ ਨੇ ਟੈਕਸ ਵਸੂਲਣਾ ਕੀਤਾ ਕਿ ਸਿੰਘਾਂ ਦਾ ਰਾਜ ਹੈ, ਕਿਸੇ ਨੂੰ ਇੱਥੋਂ ਖਾਲੀ ਹੱਥ ਨਹੀਂ ਜਾਣ ਦੇਣਾ। ਔਰ ਇਸ ਤਰ੍ਹਾਂ ਜਦ ਲੋਕ ਟੈਕਸ ਭਰਨ ਲੱਗੇ, ਸਿੰਘਾਂ ਨੇ ਫਿਰ ਲਲਕਾਰ ਕਰਕੇ ਜ਼ਕਰੀਆ ਖਾਨ ਨੂੰ ਚਿੱਠੀ ਲਿਖੀ ਹੈ ਕਿ ਸਾਡੇ ਨਾਲ ਆ ਕੇ ਦੋ ਦੋ ਹੱਥ ਕਰ। ਔਰ ਕਿਵੇਂ ਉਹ ਫੌਜ ਆਈ, ਸਿੰਘ ਉਸ ਫੌਜ ਦਾ ਮੁਕਾਬਲਾ ਕਰਦੇ ਹੋਏ ਦੋ ਸਿੰਘ ਜਿਹੜੇ ਨੇ ਕਿੰਨਿਆਂ ਨੂੰ ਨਾਲ ਲੈ ਕੇ ਇਸ ਜਹਾਨੋਂ ਤੁਰੇ ਨੇ, ਕਿੰਨਿਆਂ ਨੂੰ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ, ਕੇਵਲ ਦੋ ਹੀ ਸਿੰਘਾਂ ਨੇ। ਕੱਲ੍ਹ ਦੇ ਸਮਾਗਮ ਦੀਵਾਨਾਂ ਦੇ ਵਿੱਚ ਇਹ ਪ੍ਰਸੰਗ ਅੱਗੇ ਜਾਰੀ ਰੱਖਾਂਗੇ, ਸ਼ਰਵਣ ਕਰਾਂਗੇ। ਬੋਲਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਹਮ ਤੁਮ ਸੋ ਅਬ ਸ਼ਸਤਰਨ ਮੇਲ, ਸੋਟੇ ਢੀਮ ਮਿਲਾਵੈਂ ਸੇਲ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸ਼ੀ ਅਬਨਾਸ਼। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਤੰਗੀ ਹੇ ਨਿਰੰਕਾਰ,
हे निर्गुण सब टेक। हे गोबिंद हे गुण निदान, जाकै सदा विवेक। हे अपरंपर हर हरे, है पे होवनहार। हे संतां कै सदा संग, निदारां आधार। हे ठाकुर हौं दासरो, निर्गुण गुण नहीं कोय। नानक दीजै नाम दान, राखो हिय परोए। हे ठाकुर हौं दासरो, मैं निर्गुण गुण नहीं कोय। नानक दीजै नाम दान, राखो हिय परोए। वाहिगुरु नाम जहाज है, चढ़ै सुतरे पार। जो शरदा कर सीम दे, पार उतारनहार। जो शरदा कर सीम दे, पार उतारनहार। वाहिगुरु जी का खालसा, वाहिगुरु जी की फतेह।